ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਮਾਵੀ ਪੱਟਲ ਬਾਈ ਨਾਲ ਹੈਗੇ ਆ ਬੈਠੇ ਇੱਥੇ, ਅਤੇ ਬਾਈ ਨੂੰ ਤੁਸੀਂ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਕਾਫੀ ਵਾਰ ਦੇਖਿਆ ਹੋਣਾ, ਅਤੇ ਅੱਜ ਸਬੱਬ ਬਣਿਆ ਇਕੱਠੇ ਬੈਠਣ ਦਾ। ਚਲੋ ਗੱਲ ਕਰੀਏ ਆਪਾਂ ਰੀਅਲ ਇਸਟੇਟ ਦੀ, ਅਤੇ ਜਿੰਨੀ ਕੁ ਨੌਲੇਜ ਹੈਗੀ ਆ ਉਨੀ ਕੁ ਗੱਲ ਕਰ ਸਕਦੇ ਹਾਂ। ਜੇ ਕੋਈ ਵੱਧ ਘੱਟ ਹੁੰਦੀ ਆ ਤਾਂ ਗੱਲ ਤੁਸੀਂ ਕਰੈਕਟ ਕਰਨ ਨੂੰ ਸਾਰੇ ਹੈਗੇ ਹੀ ਹੋ। ਸੋ ਮਾਵੀ ਬਾਈ, ਤੁਸੀਂ ਰੀਅਲ ਇਸਟੇਟ ਦੇ ਵਿੱਚ ਕਿੰਨੇ ਕੁ ਚਿਰ ਤੋਂ ਹੈਗੇ ਹੋ? ਹਾਂਜੀ ਵੀਰੇ, ਥੈਂਕ ਯੂ ਸੋ ਮਚ ਗੈਰੀ ਵੀਰੇ। ਪਹਿਲਾਂ ਤਾਂ ਤੁਸੀਂ ਅੱਜ ਟਾਈਮ ਕੱਢ ਕੇ ਆਏ ਹੋ ਸਾਡੇ ਨਾਲ ਬੈਠਣ ਲਈ, ਜੁਆਇਨ ਕੀਤਾ, ਬਹੁਤ ਚੰਗਾ ਲੱਗਿਆ। ਅਕਸਰ ਆਪਣੀ ਫੋਨਾਂ 'ਤੇ ਗੱਲਬਾਤ ਹੁੰਦੀ ਰਹਿੰਦੀ ਹੈ ਨਾ, ਅਤੇ ਪਰ ਅਕਸਰ ਜੇ ਆਪਾਂ ਰੀਅਲ ਸਟੇਟ ਦੀ ਗੱਲ ਕਰਦੇ ਹਾਂ ਭਾਜੀ, ਮੈਨੂੰ ਆਲਮੋਸਟ ਹਾਫ ਆਫ ਡੈਕੇਡ ਹੋ ਗਿਆ ਰੀਅਲ ਸਟੇਟ ਦੇ ਵਿੱਚ ਕੰਮ ਕਰਦੇ ਹੈ ਨਾ। ਸੋ ਮੇਨਲੀ ਟੋਰਾਂਟੋ GTA, ਹੈਮਿਲਟਨ, ਨਾਇਗਰਾ ਸਾਈਡ, ਮਤਲਬ ਜਿੱਥੇ ਵੀ ਕਲਾਇੰਟ ਦੀ ਲੋੜ ਹੁੰਦੀ ਆਪਾਂ ਹਾਜ਼ਰ ਰਹਿੰਦੇ ਹਮੇਸ਼ਾ। ਅਤੇ ਅੱਜ ਟਾਈਮ ਤੁਸੀਂ ਕੱਢ ਕੇ ਆਏ ਹੋ। ਆਪਾਂ ਅਕਸਰ ਗੱਲ ਆਪਣੀ ਸ਼ੁਰੂ ਕਿੱਥੋਂ ਹੋਈ ਸੀ ਇਸ ਟੋਪਿਕ ਦੇ ਉੱਤੇ, ਕਿ ਅਸੀਂ ਮੈਂ ਅਤੇ ਵੀਰ ਜੀ ਨਾਲ ਗੱਲ ਕਰ ਰਹੇ ਸੀਗੇ ਕਿ ਭਾਜੀ ਨਾ ਆਪਣੇ ਕੋਂਡੋ ਬਾਰੇ ਗੱਲ ਸ਼ੁਰੂ ਕੀਤੀ। ਤਾਂ ਮੈਂ ਕਿਹਾ ਅਕਸਰ ਆਪਾਂ ਜਦੋਂ ਆਪਣੇ ਫੈਮਿਲੀ ਫਰੈਂਡ ਸਰਕਲ ਦੇ ਵਿੱਚ ਬੈਠੇ ਹੁੰਦੇ ਹਾਂ ਤਾਂ ਇਹ ਗੱਲ ਚੱਲਦੀ ਕਿ ਯਾਰ ਨਹੀਂ, ਕੋਂਡੋ ਨਹੀਂ ਲੈਣਾ, ਫਰੀ ਹੋਲਡ ਹੀ ਲੈਣਾ ਵਾ, ਹੈ ਨਾ। ਬਿਲਕੁਲ। ਅਤੇ ਉਹ ਕਈ ਵਾਰ ਚੀਜ਼ਾਂ ਆਪਣੇ ਨਾ, ਜਦੋਂ ਖਾਸ ਕਰਕੇ ਤੁਸੀਂ ਫਸਟ ਟਾਈਮ ਹੋਮ ਬਾਇਰ ਨੂੰ, ਤੁਹਾਡੇ ਫਾਈਨੈਂਸ਼ੀਅਲ ਬਜਟ ਉੱਤੇ ਕਾਫੀ ਸਟ੍ਰੈਸ ਪਾ ਦਿੰਦੀਆਂ ਨੇ, ਹੈ ਨਾ। ਹਾਂਜੀ। ਇਹ ਚੀਜ਼ਾਂ ਖਾਸ ਕਰਕੇ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਦੀਆਂ। ਬਾਈ ਹੁਣੀ ਆਪ ਕੋਂਡੋ ਇਨਵੈਸਟਮੈਂਟ ਇਹਨਾਂ ਕੋਲ ਹੈਗੀ ਜਿਹੜੀ ਇਹਨਾਂ ਨੇ ਪਹਿਲਾਂ ਲਈ ਸੀ। ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਐਕਸਪੀਰੀਅੰਸ ਆ ਕੋਂਡੋ ਲੈਣ ਦੇ ਵਿੱਚ, ਅਸਲ 'ਚ ਜੇ ਤੁਸੀਂ ਮਨੀ ਸਟੋਰੀ ਸ਼ੇਅਰ ਕਰ ਦੇਵੋ ਕਿ ਕਿੱਦਾਂ ਰਿਹਾ ਅਤੇ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਚੀਜ਼ ਨੂੰ ਲੈ ਕੇ। ਹਾਂਜੀ ਵੀਰੇ, ਮੈਨੂੰ ਕੋਂਡੋ ਓਨ ਕਰਦੇ ਨੂੰ ਮੋਰ ਦੈਨ 5 years ਹੋ ਗਏ ਨੇ। 2018 ਦੇ ਵਿੱਚ ਲਿਆ ਸੀਗਾ। ਹਾਂਜੀ। ਅਤੇ ਕੋਂਡੋ ਦੀ ਜਿਹੜੀ ਇਨਵੈਸਟਮੈਂਟ ਹੈਗੀ ਹੈ ਉਹ ਇੱਕ ਉਸ ਟਾਈਮ 'ਤੇ ਇੰਪਲਸਿਵ ਡਿਸੀਜਨ ਸੀਗਾ। ਇਨਵੈਸਟਮੈਂਟ ਨਹੀਂ ਸੀ ਐਕਚੁਅਲੀ, ਮੇਰੀ ਫਸਟ ਪ੍ਰੋਪਰਟੀ ਸੀਗੀ। ਅਤੇ ਉਦੋਂ ਜਿਵੇਂ ਹਰ ਇੱਕ ਨੂੰ ਲੱਗਦਾ ਕਿ ਅਸੀਂ ਫਰੀ ਹੋਲਡ ਲੈਣਾ, ਸਾਡਾ ਵੀ ਇਹੀ ਸੀਗਾ ਡਿਸੀਜਨ ਕਿ ਅਸੀਂ ਫਰੀ ਹੋਲਡ ਲੱਭਦੇ ਹਾਂ। ਪਹਿਲਾਂ ਅਸੀਂ ਕਾਫੀ ਦੇਰ ਮਾਰਕੀਟ ਦੇ ਵਿੱਚ ਟੱਕਰਾਂ ਮਾਰੀਆਂ, ਕੋਈ ਵਧੀਆ ਪ੍ਰੋਪਰਟੀ ਆਪਣੀ ਪ੍ਰਾਈਸ ਰੇਂਜ ਦੇ ਵਿੱਚ ਨਹੀਂ ਆਉਂਦੀ ਸੀ। ਉਦੋਂ ਦੇ ਟਾਈਮ ਦੇ ਪ੍ਰਾਈਸ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ, ਅਤੇ ਉਦੋਂ ਜਿਹੜਾ ਸਾਨੂੰ ਲੱਗਦਾ ਸੀਗਾ ਵੀ ਸਾਡਾ ਬਜਟ ਬਹੁਤ ਘੱਟ ਸੀਗਾ, ਅਤੇ ਇਨਕਮ ਦੇ ਹਿਸਾਬ ਨਾਲ ਤੁਹਾਡੇ ਸਾਰੇ ਫਾਈਨੈਂਸ਼ੀਅਲਸ, ਅਤੇ ਸਾਨੂੰ ਲੱਗਿਆ ਵੀ ਸਾਡੀ ਅਫੋਰਡੇਬਿਲਿਟੀ ਇੱਕ ਪਰਟੀਕੂਲਰ ਅਮਾਊਂਟ ਤੋਂ ਉੱਤੇ ਨਹੀਂ ਹੈਗੀ। ਅਤੇ ਉਸ ਅਫੋਰਡੇਬਿਲਿਟੀ ਦੇ ਵਿੱਚ ਸਾਨੂੰ ਕੋਂਡੋ ਹੀ ਮਿਲ ਰਹੇ ਸੀ ਮਾਰਕੀਟ ਦੇ ਵਿੱਚ। ਅਤੇ ਉਦੋਂ ਲੱਗਿਆ ਕਿ ਇਹ ਡਿਸੀਜਨ ਲਈਏ ਜਾਂ ਨਾ ਲਈਏ, ਅਤੇ ਚਲੋ ਇੰਪਲਸਿਵਲੀ ਅਸੀਂ ਉਹ ਡਿਸੀਜਨ ਲੈ ਲਿਆ। ਅਤੇ ਕਾਫੀ ਰਿਸਰਚ ਤਾਂ ਨਹੀਂ ਕੀਤੀ ਐਵੇਂ ਕਹੀਏ, ਅਤੇ ਹੁਣ ਇਸ ਮਾਰਕੀਟ ਦੇ ਵਿੱਚ ਹੈਗੇ ਹਾਂ ਤਾਂ ਹੁਣ ਰਿਸਰਚ ਕਰਕੇ ਚੀਜ਼ ਲਈਦੀ ਹੈ। ਉਦੋਂ ਤਾਂ ਬਾਈ ਨੇ ਕਿਹਾ ਬਾਈ ਆਫਰ ਪਾ ਦਿਓ, ਅਤੇ ਪਾਤਾ, ਹੈ ਨਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਬਾਈ ਜੱਟ ਸੌਦਾ ਸੀਗਾ, ਉਹ ਗੱਲ ਕੀਤੀ ਆਪਾਂ। ਜਦੋਂ ਇੰਨਾ ਪਤਾ ਨਹੀਂ ਸੀਗਾ ਵੀ ਕਿਵੇਂ ਕਰਨਾ, ਕੀ ਦੇਖਣਾ ਚਾਹੀਦਾ, ਕੀ ਨਹੀਂ ਦੇਖਣਾ ਚਾਹੀਦਾ। ਹੁਣ ਬੜੀ ਚੀਜ਼ਾਂ ਦਾ ਪਤਾ ਲੱਗਦਾ। ਪਰ ਆਈ ਥਿੰਕ ਹੁਣ ਇੰਨੇ ਟਾਈਮ ਬਾਅਦ ਜਿਹੜਾ ਤੁਸੀਂ 5 ਸਾਲ ਦੀ ਗੱਲ ਕਰਦੇ ਹੋ, ਪਰ ਹੁਣ ਤੁਹਾਡੇ ਕੋਲ ਕਾਫੀ ਐਕਸਪੀਰੀਅੰਸ ਹੋ ਗਿਆ ਹੋਣਾ ਚੀਜ਼ ਨੂੰ ਲੈ ਕੇ, ਹੈ ਨਾ। ਤਾਂ ਹੁਣ ਜਿਹੜੇ ਕੋਈ ਬੰਦਾ ਸੋਚ ਰਿਹਾ ਹੈ ਕਰਨ ਲਈ, ਖਾਸ ਕਰਕੇ ਤੁਹਾਡਾ ਪੀਅਰ ਪ੍ਰੈਸ਼ਰ ਬੜਾ ਬਣ ਜਾਂਦਾ, ਹੈ ਨਾ। ਜੋ ਖਾਸ ਕਰਕੇ ਤੁਸੀਂ 4 ਬੰਦਿਆਂ ਦੇ ਵਿੱਚ ਬੈਠੇ, ਅਗਲਾ ਕਹਿੰਦਾ ਯਾਰ ਮੈਂ ਕੋਂਡੋ, ਅਗਲਾ ਨਾ ਕੋਂਡੋ ਨਹੀਂ, ਹੈ ਨਾ। ਤੁਹਾਡਾ ਕੀ ਐਕਸਪੀਰੀਅੰਸ ਰਿਹਾ, ਜੇ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਇਹ ਗੱਲ ਸ਼ੇਅਰ ਕਰ ਸਕੋ। ਸੋ ਓਵਰਆਲ ਮੈਂ ਆਪਣੀ ਇਨਵੈਸਟਮੈਂਟ ਦਾ ਐਕਸਪੀਰੀਅੰਸ ਕਹੂੰਗਾ। ਹੁਣ ਮੈਂ ਉਹਨੂੰ ਐਜ਼ ਇਨਵੈਸਟਮੈਂਟ ਟਰੀਟ ਕਰ ਰਿਹਾ, ਕਿਉਂਕਿ ਮੇਰੇ ਕੋਲ ਐਜ਼ ਰੈਂਟਲ ਪ੍ਰੋਪਰਟੀ ਹਜੇ ਵੀ ਰੱਖੀ ਹੋਈ ਹੈ। ਤਾਂ ਉਹ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੈਂ ਉਹ ਡਿਸੀਜਨ ਉਸ ਟਾਈਮ ਲਿਆ। ਜੇ ਮੈਂ ਆਪਣੇ ਆਪ ਨੂੰ ਹੋਲਡ ਕਰ ਲੈਂਦਾ ਅਤੇ ਮੈਂ 2 ਸਾਲ ਵੇਟ ਕਰਦਾ ਹੋਰ ਡਾਊਨ ਪੇਮੈਂਟ ਇਕੱਠੀ ਕਰਨ ਦੀ ਜਾਂ ਆਪਣੀ ਇਨਕਮ ਵਧਾਉਣ ਦੀ, ਅਤੇ ਤਾਂ ਕਿ ਮੈਂ ਜਾ ਕੇ ਇੱਕ ਫਰੀ ਹੋਲਡ ਪ੍ਰੋਪਰਟੀ ਲੈਂਦਾ, ਤਾਂ ਸ਼ਾਇਦ ਉਹ ਪ੍ਰੋਪਰਟੀ ਦੀ ਵੈਲਿਊ ਉਦੋਂ ਤੱਕ $2 ਲੱਖ ਹੋਰ ਉੱਤੇ ਹੋ ਜਾਣੀ ਸੀ। ਅਤੇ ਇਹ ਮੈਂ ਜਸਟ ਨੰਬਰ ਉੱਦਾਂ ਹੀ ਨਹੀਂ ਥਰੋ ਕਰ ਰਿਹਾ ਮਾਰਕੀਟ ਦੇ ਵਿੱਚ, ਜੋ ਅਸੀਂ ਦੇਖਿਆ ਉਹੀ ਗੱਲ ਕਰ ਰਹੇ ਹਾਂ। ਉਹ ਪ੍ਰੋਪਰਟੀ ਅੱਜ ਦੀ ਡੇਟ ਦੇ ਵਿੱਚ ਡਿੱਗੀ ਹੋਈ ਮਾਰਕੀਟ 'ਚ ਵੀ ਸਾਡੇ ਜੋ 18 ਦੇ ਵਿੱਚ ਪਰਚੇਜ਼ ਪ੍ਰਾਈਸ ਲਿੱਤਾ ਸੀ ਉਹਦੇ ਤੋਂ ਆਲਮੋਸਟ ਡਬਲ 'ਤੇ ਬੈਠੀ ਹੈ, ਆਲਮੋਸਟ ਡਬਲ। ਹਾਂਜੀ, ਇਸ ਮਾਰਕੀਟ ਦੇ ਵਿੱਚ ਵੀ। ਅਤੇ ਆਪਾਂ ਫਰਵਰੀ ਜਨਵਰੀ 2022 ਦੀ ਗੱਲ ਕਰ ਲਈ ਤਾਂ ਤੁਹਾਨੂੰ ਪਤਾ ਹੀ ਹੈ ਮਾਰਕੀਟ ਕਿੱਥੇ ਸੀਗੀ। ਉਦੋਂ ਤਾਂ ਬਿਲਕੁਲ ਕ੍ਰੇਜ਼ੀਨੈਸ ਸੀਗੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਚਲੋ ਆਪਾਂ ਉਸ ਕ੍ਰੇਜ਼ੀ ਫੇਸ ਪੀਰੀਅਡ ਨੂੰ ਵੀ ਛੱਡ ਦਈਏ, ਤਾਂ ਕੋਂਡੋ ਮਾਰਕੀਟ ਨੇ ਇੱਕ ਬੜੀ ਸਟੇਬਲ ਗਰੋਥ ਦਿੱਤੀ ਹੈ। ਟੋਰਾਂਟੋ ਦੇ ਵਿੱਚ ਰਫਲੀ ਮੋਰ ਦੈਨ 50% ਜਿਹੜੀ ਇਨਵੈਸਟਮੈਂਟਸ ਓਨ ਕਰ ਰਹੇ ਨੇ ਕੋਂਡੋ ਮਾਰਕੀਟ ਦੇ ਵਿੱਚ, ਉਹ ਇਨਵੈਸਟਰਸ ਨੇ ਜਿਹੜੇ ਕੋਈ ਓਨ ਕਰ ਰਹੇ ਨੇ। ਲੰਡਨ ਦੇ ਵਿੱਚ ਮੋਰ ਦੈਨ ਆਈ ਵੁੱਡ ਸੇ 70% ਜਿਹੜੇ ਕੋਂਡੋਜ਼ ਨੇ ਉਹ ਇਨਵੈਸਟਰਸ ਓਨ ਕਰ ਰਹੇ ਨੇ, ਅਤੇ ਉਹ ਕਿਸੇ ਰੀਜ਼ਨ ਕਰਕੇ ਕਰ ਰਹੇ ਨੇ ਕਿ ਇਹਨਾਂ ਦੀ ਸਟੈਡੀ ਗਰੋਥ ਹੈਗੀ ਹੈ। ਮਾਰਕੀਟ ਜੇ ਅੱਜ 20% ਡਿੱਗੀ ਹੈ, ਜਾਂ ਆਪਾਂ ਗੱਲ ਕਰੀਏ ਜਿਹੜੀ ਰੀਸੇਲ ਮਾਰਕੀਟ ਦੇ ਵਿੱਚ ਜਿਹੜੇ ਫਰੀ ਹੋਲਡ ਘਰ ਨੇ, ਉਹ ਰਫਲੀ 30% ਡਿੱਗੇ ਨੇ GTA ਦੇ ਵਿੱਚ, ਤੁਹਾਨੂੰ ਪਤਾ ਹੀ ਹੈ। ਜਿਹੜੀ ਕੋਂਡੋ ਮਾਰਕੀਟ ਉਹ ਵਨ ਆਫ ਦਾ ਸੇਫੈਸਟ ਰਹੀ ਹੈ, ਉਹਦੇ ਵਿੱਚ ਇੰਨਾ ਡਿਕਲਾਈਨ ਨਹੀਂ ਆਇਆ। ਉਹ ਆਲਮੋਸਟ ਹਜੇ ਵੀ ਆਪਾਂ ਕਹੀਏ ਰਫਲੀ 10% ਉਹਦਾ ਪ੍ਰਾਈਸ ਦੇ ਵਿੱਚ ਡਰੋਪ ਆਇਆ ਸੀਗਾ, ਕਿਉਂਕਿ ਉਹਦੀ ਗਰੋਥ ਵੀ ਸਟੈਡੀ ਹੋਈ ਹੈ, ਤਾਂ ਉਹਦਾ ਪ੍ਰਾਈਸ ਸਟੇਬਲ ਰਿਹਾ ਮਾਰਕੀਟ ਦੇ ਵਿੱਚ। ਅਤੇ ਹਮੇਸ਼ਾ ਇੱਕ ਫਸਟ ਟਾਈਮ ਬਾਇਰ ਦੀ ਨੀਡ ਰਹਿੰਦੀ ਆ ਉਹ। ਕਿ ਕਿਹੜੀਆਂ ਇਹੋ ਜਿਹੀਆਂ ਜਿਹੜੀਆਂ 4-5 ਗੱਲਾਂ ਆਪਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ, ਚਾਹੇ ਆਪਾਂ ਡਿਸਾਈਡ ਕਰਦੇ ਹਾਂ ਕਿ ਆਪਾਂ ਕੋਂਡੋ ਲਈ ਜਾ ਰਹੇ ਹਾਂ, ਹੈ ਨਾ। ਕਿਉਂਕਿ ਫਿਰ ਉਹ ਨਾ ਇੱਕ ਜਿਹੜਾ ਫਸਟ ਟਾਈਮ ਹੋਮ ਬਾਇਰ ਆ ਉਹਦੇ ਲਈ ਇੱਕ ਪੀਸ ਆਫ ਮਾਈਂਡ ਵੀ ਹੋ ਜਾਂਦਾ ਕਿ ਅਸੀਂ ਆਹ ਚੀਜ਼ ਆਪਣੀ ਡਿਊ ਡਿਲੀਜੈਂਸ 'ਚ ਪਾ ਰਹੇ ਹਾਂ। ਬਿਲਕੁਲ।
ਭਾਈ ਵੀਰ ਜਦੋਂ ਲਿਆ ਸੀ ਉਦੋਂ ਤੱਕ ਕੁਝ ਵੀ ਨਹੀਂ ਸੀ ਦੇਖਿਆ। ਹਾਂਜੀ। ਸੋ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਵੀ ਕਿਹੜੀ ਚੀਜ਼ਾਂ ਦੇਖ ਲੈਣੀ ਚਾਹੀਦੀਆਂ, ਐਕਸਪੀਰੀਅੰਸ ਦੇ ਨਾਲ ਸਮਝ ਆਉਂਦੀ ਹੈ। ਹਾਂਜੀ। ਤੁਸੀਂ ਸਭ ਤੋਂ ਪਹਿਲਾਂ ਤਾਂ ਮੇਨਟੇਨੈਂਸ ਫੀਸ ਇੱਕ ਬਹੁਤ ਵੱਡਾ ਫੈਕਟਰ ਹੁੰਦਾ। ਹਾਂਜੀ। ਉਹਨੂੰ ਧਿਆਨ 'ਚ ਰੱਖੋ ਵੀ ਤੁਸੀਂ ਮਾਰਕੀਟ ਦੀ ਸਟੱਡੀ ਕਰ ਲਓ, ਆਪਣੇ ਰੀਅਲਟਰ ਨੂੰ ਜਿਹਦੇ ਨਾਲ ਵੀ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਨੂੰ ਤੁਸੀਂ ਕਹੋ ਵੀ ਸਾਨੂੰ ਕੰਪੈਰੇਬਲ ਭੇਜੋ, ਉੱਥੇ ਨੇੜੇ ਤੇੜੇ ਬਿਲਡਿੰਗ ਦੇ ਵਿੱਚ ਮੇਨਟੇਨੈਂਸ ਫੀਸ ਦਾ ਟ੍ਰੈਂਡ ਕੀ ਹੈਗਾ। ਜੇ ਤੁਸੀਂ ਦੇਖ ਰਹੇ ਹੋ 5 ਬਿਲਡਿੰਗਸ ਕਿਸੇ ਇੱਕ ਗਰੁੱਪ ਦੇ ਵਿੱਚ ਹੈਗੀਆਂ ਨੇ ਇੰਟਰਸੈਕਸ਼ਨ 'ਤੇ, ਉਹ 5 ਦੇ ਵਿੱਚ ਜੇ ਬਾਕੀਆਂ ਦੀ ਮੇਨਟੇਨੈਂਸ ਫੀਸ 600 ਹੈਗੀ ਆ ਤਾਂ ਇੱਕ ਪਰਟੀਕੂਲਰ ਬਿਲਡਿੰਗ ਦੀ ਫੀਸ ਹੈਗੀ ਆ $900। ਤਾਂ ਉਹਦਾ ਰੀਜ਼ਨ ਕੀ ਹੈਗਾ ਅਤੇ ਉਹ ਇੰਨੀ ਛੇਤੀ ਉੱਤੇ ਕਿਉਂ ਗਈ ਹੈ? ਹੁਣ ਇਹਦੇ ਵਿੱਚ ਕਈ ਫੈਕਟਰਸ ਆ ਜਾਂਦੇ ਨੇ, ਏਜ ਆਫ ਦਾ ਬਿਲਡਿੰਗ ਆ ਜਾਂਦਾ, ਕੋਈ ਵੱਡੀ ਇਹਨਾਂ ਦੀ ਰਿਪੇਅਰ ਹੋਈ ਸੀਗੀ, ਕੋਈ ਉਹਨਾਂ ਨੇ ਉੱਤੇ ਉਹਨਾਂ ਦੀ ਫੀਸ ਲੱਗੀ ਹੋਈ ਹੈ। ਸੋ ਇੱਦਾਂ ਦੇ ਫੈਕਟਰਸ ਆ ਜਾਂਦੇ, ਕੋਈ ਲਾਅ ਸੂਟ ਹੋਇਆ ਜਾਂ ਕੁਛ ਵੀ ਹੋਇਆ ਉਹਦੇ ਕਰਕੇ ਵੀ ਉਹਨਾਂ ਦੀ ਫੀਸ ਵੱਧ ਸਕਦੀ ਹੈ। ਤੁਸੀਂ ਟ੍ਰੈਂਡ ਵੀ ਦੇਖਿਆ ਹੋਣਾ ਕਿ ਮੈਂ ਅਕਸਰ ਐਕਚੁਅਲੀ ਕਲਾਇੰਟ ਨਾਲ ਕੰਮ ਕਰ ਰਿਹਾ ਸੀਗਾ ਕਿ ਜਿਹੜੀਆਂ ਪੁਰਾਣੀਆਂ ਬਿਲਡਿੰਗਸ ਸੀਗੀਆਂ ਤਾਂ ਹੁਣ ਵੀ ਹੈਗੀਆਂ ਨੇ, ਚਾਹੇ ਉਹਨਾਂ ਦੀ ਮੇਨਟੇਨੈਂਸ ਫੀਸ ਜ਼ਿਆਦਾ ਆ ਪਰ ਉਹ ਆਈ ਥਿੰਕ ਮੈਜੋਰਟੀ ਕਵਰ ਚੀਜ਼ਾਂ ਕਰਦੀਆਂ ਸੀ, ਹੈ ਨਾ? ਬਿਲਕੁਲ। ਜੇ ਤੁਸੀਂ ਮਾੜਾ ਦੱਸ ਸਕੋ ਕਿ ਜਿਹੜੀਆਂ ਮੇਨਟੇਨੈਂਸ ਫੀਸ ਹੈ ਕੀ ਚੀਜ਼ ਕਵਰ ਕਰਦੀ ਹੁੰਦੀ ਹੈ? ਫਿਰ ਜਿਹੜੀ ਬਿਲਡਿੰਗ 'ਚ ਮੇਰਾ ਕੋਂਡੋ ਓਨ ਕੀਤਾ ਹੋਇਆ ਅਪਾਰਟਮੈਂਟ ਅਤੇ ਉਹਦੇ ਵਿੱਚ ਤਾਂ ਸਾਰਾ ਕੁਛ ਇੰਕਲੂਡਡ ਹੈ, ਸਾਰੀਆਂ ਯੂਟਿਲਿਟੀਜ਼ ਇੰਕਲੂਡਡ ਨੇ ਅਤੇ ਪਾਰਕਿੰਗ ਦੀ ਮੇਨਟੇਨੈਂਸ ਹੋ ਗਈ, ਤੁਸੀਂ ਆਪਣਾ ਹਾਈਡਰੋ ਲਾ ਲਓ, ਇਲੈਕਟ੍ਰੀਸਿਟੀ ਲਾ ਲਓ, ਪਾਣੀ ਦਾ ਲਿਟਰਲੀ ਐਵਰੀਥਿੰਗ ਇਜ਼ ਕਵਰਡ। ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਮੈਜੋਰਿਟੀ ਮੇ ਬੀ ਵਾਟਰ ਇੰਕਲੂਡਡ ਹੁੰਦਾ, ਇਸ ਤੋਂ ਬਾਅਦ ਕੁਛ ਖਾਸ ਇੰਕਲੂਡਡ ਨਹੀਂ ਹੁੰਦਾ ਜਿੰਨੇ ਵੀ ਨਵੇਂ ਕੌਂਡੋਮੀਨੀਅਮਸ ਆ ਰਹੇ ਨੇ। ਹਾਂਜੀ, ਮੈਂ ਇਹ ਵੀ ਟ੍ਰੈਂਡ ਦੇਖਿਆ ਹੈ ਅਸਲ 'ਚ। ਮੇਰੀ ਹੁਣੇ ਕਲੋਜ਼ਿੰਗ ਹੈਗੀ ਨੈਕਸਟ ਮੰਥ ਕੌਂਡੋ ਅਪਾਰਟਮੈਂਟ ਬਿਲਡਿੰਗ ਦੀ, ਹੈ ਨਾ? ਤਾਂ ਬਿਲਡਿੰਗ ਥੋੜ੍ਹੀ ਪੁਰਾਣੀ ਸੀਗੀ ਪਰ ਉਹ ਆਏ ਸੀਗਾ ਕਿ ਉਹ ਸਾਰਾ ਕੁਝ ਕਵਰ ਕਰ ਰਹੇ ਸੀਗੇ, ਹੈ ਨਾ? ਪਰ ਐਜ਼ ਹੁਣ ਜਿਹੜਾ ਮੈਂ ਇੱਕ ਹੋਰ ਕਲਾਇੰਟ ਨਾਲ ਕੰਮ ਕਰ ਰਿਹਾ ਉੱਥੇ, ਹੁਣ ਜਿਹੜਾ ਤੁਸੀਂ ਨਵੀਂ ਬਿਲਡਿੰਗਸ ਦੇ ਨਾਲ ਕੰਮ ਕਰਦੇ ਹੋ, ਹੁਣ ਜਿਵੇਂ ਜਿਵੇਂ ਏਜ ਘਟਦੀ ਜਾਂਦੀ ਆ ਉਵੇਂ ਜਿਵੇਂ ਇਹਨਾਂ ਦੇ ਕਾਰਪੋਰੇਸ਼ਨਸ ਹੁੰਦੀਆਂ ਨੇ ਉਵੇਂ ਚੀਜ਼ਾਂ ਐਕਸਕਲੂਡ ਕਰਦੇ ਜਾ ਰਹੇ ਨੇ। ਮੰਨ ਲਓ ਹੁਣ ਤੁਹਾਡਾ ਹੁਣ ਤਾਂ ਮੈਂ ਖਾਸ ਕਰਕੇ ਵੀ ਦੇਖਿਆ ਕਿ ਤੁਹਾਡਾ ਹੀਟ ਦੂਸਰਾ ਆਪਣਾ ਹਾਈਡਰੋ ਅਤੇ ਵਾਟਰ ਵੀ ਐਕਸਕਲੂਡਡ ਕੀਤਾ ਹੋਇਆ ਕਈ ਜਿਹੜੇ ਰੀਸੈਂਟ ਪ੍ਰੋਜੈਕਟ ਹੋਏ ਹਨ। ਹਾਂਜੀ। ਸੋ ਜਦੋਂ ਵੀ ਤੁਸੀਂ ਕੋਈ ਚੀਜ਼ ਬਾਏ ਕਰਦੇ ਤਾਂ ਜ਼ਰੂਰ ਆਈ ਗੈਸ ਇਹ ਦੇਖ ਲੈਣਾ ਚਾਹੀਦਾ ਕਿ ਅਸਲ 'ਚ ਕੀ ਇਨਕਲੂਡਡ ਹੈਗਾ। ਹਾਂਜੀ, ਕਿਉਂਕਿ ਤੁਸੀਂ ਜਦੋਂ ਆਪਣੇ ਕੈਲਕੂਲੇਸ਼ਨ ਕਰਨੀ ਹੈ ਕੋਈ ਵੀ ਪ੍ਰੋਪਰਟੀ ਲੈਣ ਦੀ, ਤੁਸੀਂ ਇੱਕ ਪੇਪਰ ਦੇ ਉੱਤੇ ਸਾਰੀ ਚੀਜ਼ਾਂ ਲਿਖਦੇ ਹੋ ਵੀ ਭਾਈ ਮੇਰੀ ਮੌਰਗੇਜ ਕਾਸਟ ਕਿੰਨੀ ਹੋਣੀ ਹੈ, ਮੇਰੀ ਇੰਸ਼ੋਰੈਂਸ ਕਿੰਨੀ ਹੋਣੀ ਹੈ, ਪਾਣੀ ਦਾ ਖਰਚਾ, ਬਿਜਲੀ ਦਾ ਖਰਚਾ ਕਿੰਨਾ ਹੈਗਾ, ਅਤੇ ਔਨ ਟੋਪ ਆਫ ਦੈਟ ਮੇਨਟੇਨੈਂਸ ਫੀਸ ਦਾ ਖਰਚਾ ਹੈਗਾ। ਹੁਣ ਜਦੋਂ ਆਪਾਂ ਗੱਲ ਕਰ ਲੈਂਦੇ ਜਿਹਦੇ ਵਿੱਚ ਸਾਰਾ ਕੁਛ ਇੰਕਲੂਡਡ ਹੈ, ਦੈਟ ਆਲਸੋ ਮੀਨਸ ਕਿ ਤੁਹਾਡੀ ਐਟਲੀਸਟ $200 ਤੋਂ $300 ਦਾ ਯੂਟਿਲਿਟੀਜ਼ ਦਾ ਖਰਚਾ ਵੀ ਉਹਦੇ ਵਿੱਚ ਇੰਕਲੂਡਡ ਹੈਗਾ, ਅਤੇ ਜਿਹਦੇ ਵਿੱਚ ਇੰਕਲੂਡਡ ਨਹੀਂ ਹੈਗਾ ਤੁਹਾਨੂੰ ਉਹ ਔਨ ਟੋਪ ਆਫ ਦੈਟ ਪੇ ਕਰਨਾ ਪੈਣਾ। ਤੁਹਾਡੀ ਕੈਲਕੂਲੇਸ਼ਨ ਦੇ ਵਿੱਚ ਉਹ ਹੋਣਾ ਚਾਹੀਦਾ ਅਪਫਰੰਟ, ਤਾਂ ਕਿ ਤੁਸੀਂ ਦੇਖੋ ਵੀ ਇਹ ਅਫੋਰਡੇਬਿਲਿਟੀ ਬਣ ਵੀ ਰਹੀ ਹੈ ਕਿ ਨਹੀਂ ਬਣ ਰਹੀ। ਹਾਂਜੀ, ਹੁਣ ਇਸ ਤੋਂ ਇਲਾਵਾ ਤੁਸੀਂ ਇੱਕ ਗੱਲ ਬੜੀ ਵਧੀਆ ਮੈਂਸ਼ਨ ਕੀਤੀ ਕਿ ਏਜ ਆਫ ਦਾ ਬਿਲਡਿੰਗ। ਸੋ ਇਹ ਚੀਜ਼ ਏਜ ਜਿਹੜੀ ਹੈਗੀ ਕਿੱਦਾਂ ਫੈਕਟਰ ਇਨ ਕਰਦੀ ਹੈ? ਏਜ ਦਾ ਵੀਰ ਸਿੱਧਾ ਜਿਹਾ ਹਿਸਾਬ ਹੈ, ਆਪਾਂ ਜਿੰਨੀ ਪੁਰਾਣੀ ਗੱਡੀ ਲੈ ਲੈਂਦੇ ਹਾਂ ਉਨੀ ਕੁ ਮਕੈਨਿਕ ਕੋਲ ਜਾਂਦੀ ਹੈ, ਉਹ ਹਿਸਾਬ ਹੈਗਾ ਬਿਲਡਿੰਗ ਦਾ। ਜਿੰਨੀ ਕੁ ਪੁਰਾਣੀ ਬਿਲਡਿੰਗ ਹੋ ਗਈ ਹੈ ਉਨੀ ਕੁ ਮੇਨਟੇਨੈਂਸ ਉਹ ਜ਼ਿਆਦਾ ਮੰਗਦੀ ਹੈ, ਉਹਦੀ ਰਿਪੇਅਰ ਜ਼ਿਆਦਾ ਹੋਊਗੀ, ਕਿਸੇ ਦੇ ਵਿੱਚ ਵਿੰਡੋਜ਼ ਦੀ ਰਿਪਲੇਸਮੈਂਟ ਹੋਣੀ ਹੈ, ਕਿਸੇ ਦਾ ਸਟਰਕਚਰਲ ਇਸ਼ੂ ਆ ਗਿਆ, ਇੱਦਾਂ ਦੀਆਂ ਮੇਜਰ ਕਾਸਟ ਜਦੋਂ ਆ ਜਾਂਦੀਆਂ ਫਿਰ ਮੇਨਟੇਨੈਂਸ ਫੀਸ ਦੇ ਉੱਤੇ ਹੀ ਸਭ ਤੋਂ ਜ਼ਿਆਦਾ ਅਸਰ ਪੈਂਦਾ, ਕਿਉਂਕਿ ਉਹਨਾਂ ਨੇ ਫੰਡਸ ਉੱਥੇ ਹੀ ਯੂਜ਼ ਕਰਨੇ ਆ। ਹਾਂਜੀ, ਅਤੇ ਇਸ ਤੋਂ ਇਲਾਵਾ ਕਈ ਵਾਰ ਇੱਦਾਂ ਹੁੰਦਾ ਕਿ ਜਦੋਂ ਤੁਸੀਂ ਏਜ ਵੀ ਦੇਖਦੇ ਆ ਨਾ, ਏਜ ਦੇ ਨਾਲ ਹੈਗੀ ਆ ਕਿ ਜਿਹੜੀ ਕੌਂਡੋ ਫੀਸ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ। ਹਾਂਜੀ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਜਿਹੜੀਆਂ ਮਤਲਬ ਅੱਜ ਤੁਸੀਂ ਆਪ ਹੀ ਆਪਦੇ ਐਕਸਪੀਰੀਅੰਸ ਦੀ ਗੱਲ ਕਰ ਰਹੇ ਸੀ, ਜਦੋਂ ਤੁਸੀਂ ਕੌਂਡੋ ਬਾਏ ਕੀਤਾ ਸੀ ਉਹਦੀ ਐਕਸ ਅਮਾਊਂਟ ਸੀਗੀ ਅਤੇ ਹੁਣ ਉਹ ਚੀਜ਼ ਜਿਹੜੀ ਹੈ ਉਹਦੇ ਵਿੱਚ ਕੋਈ ਵਾਧਾ ਦੇਖਿਆ ਤੁਸੀਂ ਜਿਹੜੀ ਮੇਨਟੇਨੈਂਸ ਦੀ ਫੀਸ ਦੇ ਵਿੱਚ? ਹਾਂਜੀ ਵੀਰ, ਆਲਮੋਸਟ ਆਈ ਵੁੱਡ ਸੇ ਪਿਛਲੇ 5 ਸਾਲਾਂ ਦੇ ਵਿੱਚ ਮੇਨਟੇਨੈਂਸ ਫੀਸ $100 ਵਧੀ ਹੈਗੀ ਹੈ। $100 ਵਧੀ, ਹਾਲਾਂਕਿ ਬਹੁਤ ਵਧੀਆ। ਮੈਂ ਹੋਰ ਬਿਲਡਿੰਗਸ ਕਿਉਂਕਿ ਹੁਣ ਇਸ ਫੀਲਡ ਦੇ ਵਿੱਚ ਹੈਗੇ ਤਾਂ ਦੇਖ ਰਹੇ ਹਾਂ, ਕਈਆਂ ਦੇ ਵਿੱਚ ਤਾਂ ਈਅਰਲੀ $50 ਤੋਂ $60 $70 ਈਅਰਲੀ ਵੱਧ ਜਾਂਦੀ ਕਈ ਬਿਲਡਿੰਗਸ ਦੇ ਵਿੱਚ, ਤਾਂ ਕਿਉਂਕਿ ਉਹਨਾਂ ਦੀਆਂ ਰਿਪੇਅਰਸ ਆ ਰਹੀਆਂ ਨੇ। ਹਾਂਜੀ, ਅਤੇ ਕਈ ਬਿਲਡਿੰਗਸ ਦੀ ਮੈਨੇਜਮੈਂਟ ਦੇ ਉੱਤੇ ਬਹੁਤ ਡਿਪੈਂਡ ਕਰਦਾ ਕਿਹੜੀ ਮੈਨੇਜਮੈਂਟ ਕੰਪਨੀ ਬਿਲਡਿੰਗ ਨੂੰ ਮੈਨੇਜ ਕਰ ਰਹੀ ਹੈ। ਵਧੀਆ ਮੈਨੇਜਮੈਂਟ ਕੰਪਨੀਆਂ ਸਾਡੇ ਜਿੱਥੇ ਮੈਂ ਓਨ ਕਰ ਰਿਹਾ ਉੱਥੇ 3 ਡਿਫਰੈਂਟ ਮੈਨੇਜਮੈਂਟ ਕੰਪਨੀਜ਼ 5 ਬਿਲਡਿੰਗਸ ਓਨ ਕਰਦੀਆਂ ਨੇ, ਅਤੇ ਤੁਸੀਂ ਜਦੋਂ ਵਾਕ ਕਰਦੇ ਹੋ ਉੱਥੇ ਬਲਾਕ ਦੇ ਵਿੱਚ ਤੁਹਾਨੂੰ ਰਾਈਟ ਅਵੇ ਡਿਫਰੈਂਸ ਪਤਾ ਲੱਗ ਜਾਂਦਾ ਕਿ ਕੋਈ ਬਿਲਡਿੰਗ ਕਿੰਨੀ ਕੁ ਵੈਲ ਮੇਨਟੇਨਡ ਹੈਗੀ ਹੈ ਅਤੇ ਕੋਈ ਨਹੀਂ ਹੈਗੀ, ਕਿੱਥੇ ਮੈਨੇਜਮੈਂਟ ਐਕਚੁਅਲੀ ਫੋਕਸ ਕਰ ਰਹੀ ਹੈ ਘਰਾਂ ਦੇ ਉੱਤੇ ਉਹਨੂੰ ਕੌਂਡੋ ਨੂੰ ਮੇਨਟੇਨ ਕਰਨ 'ਤੇ, ਅਤੇ ਕਿੱਥੇ ਉਹ ਨਿਗਲੈਕਟ ਕਰ ਰਹੇ ਨੇ। ਅਤੇ ਓਬਵੀਅਸਲੀ ਜਦੋਂ ਤੁਸੀਂ ਨਿਗਲੈਕਟ ਕਰਦੇ ਹੋ ਕੋਈ ਨਾ ਕੋਈ ਵੱਡਾ ਖਰਚਾ ਆ ਜਾਂਦਾ ਡਾਊਨ ਦਾ ਲਾਈਨ। ਸੋ ਤੁਸੀਂ ਜਿਹੜੀ ਗੱਲ ਕੀਤੀ ਜਿਹੜੀ ਮੇਨਟੇਨੈਂਸ ਆ ਉਹ ਵੱਧਦੀ ਆ, ਪਰ ਕੀ ਤੁਹਾਨੂੰ ਕੋਈ ਨੋਟਿਸ ਵਗੈਰਾ ਦਿੱਤਾ ਜਾਂਦਾ ਹੈ ਕੰਪਨੀ ਤੋਂ ਪਹਿਲਾਂ ਕਿ ਉਸ ਤੋਂ ਵਧਾਉਣ ਤੋਂ ਰਾਈਜ਼ ਕਰਨ ਤੋਂ? ਤੁਹਾਡੇ ਕੋਲ ਕੋਈ ਆਪਸ਼ਨ ਹੁੰਦਾ ਕਿ ਤੁਸੀਂ ਡਿਕਲਾਈਨ ਕਰ ਸਕਦੇ, ਐਕਸੈਪਟ ਕਰ ਸਕਦੇ? ਇਹਦਾ ਕੀ ਪ੍ਰੋਸੈਸ ਹੁੰਦਾ ਜੇ ਤੁਹਾਨੂੰ ਕੁਛ? ਨਹੀਂ ਵੀਰ, ਆਪਸ਼ਨ ਤਾਂ ਨਹੀਂ ਹੈਗਾ। ਜਦੋਂ ਮੈਨੇਜਮੈਂਟ ਕੀ ਕਰਦੀ ਹੈ, ਬੋਰਡ ਆਫ ਡਾਇਰੈਕਟਰ ਚੂਜ਼ ਕੀਤੇ ਹੁੰਦੇ, ਉਹਨਾਂ ਨੇ ਜੋ ਡਿਸੀਜਨ ਲਿੱਤਾ ਬੋਰਡ ਮੀਟਿੰਗ ਦੇ ਵਿੱਚ ਉਹ ਸਾਰਿਆਂ ਓਨਰਸ ਨੂੰ ਮੰਨਣਾ ਹੀ ਪੈਂਦਾ। ਤੁਸੀਂ ਬੋਰਡ ਆਫ ਡਾਇਰੈਕਟਰ ਦੀ ਵੋਟਿੰਗ ਦੇ ਵਿੱਚ ਜ਼ਰੂਰ ਤੁਸੀਂ ਪਾਰਟੀਸਪੇਟ ਕਰਕੇ ਚੰਗੇ ਡਾਇਰੈਕਟਰਸ ਉੱਥੇ ਲਵਾ ਸਕਦੇ ਹੋ, ਅਤੇ ਉਹਨਾਂ ਦੇ ਬੇਸ 'ਤੇ ਉਹ ਜਿੱਦਾਂ ਦਾ ਕੰਮ ਕਰਨਗੇ ਬਿਲਡਿੰਗ ਦੇ ਓਵਰਆਲ ਅਪਕੀਪ ਦੇ ਉੱਤੇ ਉਹਦਾ ਇੰਪੈਕਟ ਬਹੁਤ ਪੈਂਦਾ ਹੈ।
ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਵੀ ਜਿਹੜੀ ਮੇਨਟੇਨੈਂਸ ਫੀਸ ਹੈ ਉਹ ਜਾਂਦੀ ਕਿੱਥੇ ਹੈ, ਵੀ ਉਹਦਾ ਹੁਣ ਸਿਸਟਮ ਕੀ ਹੈ। ਸੋ ਇਹਦਾ ਇੱਕ ਪੂਲ ਬਣਾਇਆ ਜਾਂਦਾ, ਇਹਨਾਂ ਦੀ ਇੱਕ ਫੰਡ ਹੁੰਦਾ ਹੈ ਕਿ ਉਹਦੇ ਵਿੱਚ ਮੇਨਟੇਨੈਂਸ ਫੀਸ ਜਿਹੜੀ ਵੀ ਕਲੈਕਟ ਕਰਦੇ ਨੇ। ਇੱਕ ਕੌਂਡੋ ਬਿਲਡਿੰਗ ਦੇ ਵਿੱਚ ਲੈਟਸ ਸੇ 300-400 ਅਪਾਰਟਮੈਂਟ ਨੇ ਜਾਂ ਕੌਂਡੋਜ਼ ਨੇ, ਉਹ ਸਾਰੇ ਪੂਲ ਦੇ ਵਿੱਚ ਜਾ ਕੇ ਬਿਲਡਿੰਗ ਦਾ ਜਿਹੜਾ ਫੰਡ ਹੁੰਦਾ ਉਹਦੇ ਵਿੱਚ ਇਕੱਠੇ ਹੁੰਦੇ ਨੇ। ਉਹਦੇ ਵਿੱਚੋਂ ਉਹਨਾਂ ਦੀ ਇੱਕ ਬੈਲੈਂਸ ਸ਼ੀਟ ਬਣਦੀ ਹੈ, ਉਹਦੇ 'ਚ ਪ੍ਰੋਫਿਟ ਲੋਸ ਹੁੰਦਾ ਉਹਨਾਂ ਦਾ ਐਵਰੀ ਈਅਰ। ਸੋ ਉਹ ਸਾਰੀ ਚੀਜ਼ਾਂ ਤੁਹਾਨੂੰ ਦੇਖਣੀਆਂ ਚਾਹੀਦੀਆਂ ਜਦੋਂ ਵੀ ਤੁਸੀਂ ਇੱਕ ਕੌਂਡੋ ਬਿਲਡਿੰਗ ਬਾਏ ਕਰ ਰਹੇ ਹੋ। ਆਈ ਥਿੰਕ ਹੁਣ ਤੁਸੀਂ ਇੱਥੇ ਰੈਫਰ ਕਰ ਰਹੇ ਹੋ ਸਟੇਟਸ ਸਰਟੀਫਿਕੇਟ ਦੀ ਗੱਲ ਕਰ ਰਹੇ ਹਨ। ਹਾਂਜੀ। ਸੋ ਜਿੱਥੇ ਆਪਾਂ ਕਈ ਵਾਰ ਇਹਦੀ ਵੀ ਇੱਕ ਕਲੌਜ਼ ਹੁੰਦੀ ਆ, ਤੁਹਾਨੂੰ ਦੱਸ ਵੀ ਦਿੰਦੇ, ਜਿੱਥੇ ਤੁਹਾਡੀ ਫਾਈਨੈਂਸਿੰਗ ਕਲੌਜ਼ ਹੁੰਦੀ ਹੈ, ਜਿੱਥੇ ਆਪਾਂ ਫਰੀ ਹੋਲਡ ਦੀ ਗੱਲ ਕਰਦੇ, ਜਦੋਂ ਵੀ ਤੁਸੀਂ ਫਰੀ ਹੋਲਡ ਘਰ ਬਾਏ ਕਰਦੇ ਤਾਂ ਮੋਸਟਲੀ ਕੀ ਹੁੰਦਾ ਕਿ ਉਹਦੇ ਵਿੱਚ ਇੰਸਪੈਕਸ਼ਨ ਤੇ ਮੌਰਗੇਜ ਦੀ ਕੰਡੀਸ਼ਨ ਪਾਈ ਜਾਂਦੀ ਆ। ਤੇ ਜੇ ਤੁਸੀਂ ਉਹ ਵੇਵ ਕਰ ਦਿੰਦੇ ਆ, ਮਤਲਬ ਜੇ ਤੁਸੀਂ ਉਹ ਚੀਜ਼ ਨੂੰ ਕੱਟ ਦਿੰਦੇ ਆ ਤਾਂ ਤੁਹਾਡਾ ਜਿਹੜਾ ਆਫਰ ਆ ਫਰਮ ਹੋ ਜਾਂਦਾ। ਪਰ ਕੌਂਡੋ ਦੇ ਵਿੱਚ ਇੱਕ ਚੀਜ਼ ਹੋਰ ਐਡ ਕੀਤੀ ਜਾਂਦੀ ਹੈ ਜਿਹਨੂੰ ਆਪਾਂ ਸਟੇਟਸ ਕਲੌਜ਼ ਕਹਿ ਦਿੰਦੇ ਆ। ਉਹਦੇ ਲਈ ਵੀ ਤੁਹਾਨੂੰ ਜਿਹੜਾ 4 ਤੋਂ 5 ਦਿਨ ਦਾ ਸਮਾਂ ਦਿੱਤਾ ਜਾਂਦਾ ਆ ਕਿ ਤੁਸੀਂ ਜਿਹੜਾ ਆਪਣਾ ਸਟੇਟਸ ਸਰਟੀਫਿਕੇਟ, ਕਈ ਵਾਰ ਤਾਂ ਜਿਹੜਾ ਤੁਹਾਡਾ ਲਿਸਟਿੰਗ ਏਜੰਟ ਹੁੰਦਾ ਆ ਉਹਦੇ ਕੋਲ ਅਵੇਲੇਬਲ ਹੀ ਹੁੰਦਾ ਆ, ਕਈ ਵਾਰ ਉਹਨਾਂ ਨੂੰ ਵੀ ਗਾਂ ਆਪਣਾ ਜਿਹੜਾ ਆਰਡਰ ਕਰਨਾ ਪੈਂਦਾ ਔਨ ਐਨ ਐਵਰੇਜ 10 ਦਿਨ ਦਾ ਟਾਈਮ ਪੀਰੀਅਡ ਜਿਹੜਾ ਤੁਹਾਨੂੰ ਲਾਇਰ ਕੰਡੀਸ਼ਨ ਮਿਲ ਜਾਂਦੀ ਹੈ। ਤੁਸੀਂ ਆਪਣੇ ਲਾਇਰ ਤੋਂ ਸਟੇਟਸ ਸਰਟੀਫਿਕੇਟ ਰਿਵਿਊ ਕਰਵਾਉਣਾ ਹੁੰਦਾ, ਉਹਦੇ ਵਿੱਚ ਬੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਦੇਖਣੀਆਂ ਹੁੰਦੀਆਂ। ਤੁਸੀਂ ਉਸ ਦਿਨ ਕੁਝ ਵਧੀਆ ਇੰਪੋਰਟੈਂਟ ਪੁਆਇੰਟ ਡਿਸਕਸ ਕੀਤੇ ਸੀਗੇ। ਸੋ ਕਿਹੜੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਸਟੇਟਸ ਸਰਟੀਫਿਕੇਟ ਤੋਂ ਆਪਾਂ ਕਹੀਏ ਵੀ ਆਪਾਂ ਹਾਈਲਾਈਟ ਕਰਨੀਆਂ ਚਾਹੀਦੀਆਂ ਨੇ ਜਾਂ ਆਪਾਂ ਨੇ ਲਾਇਰ ਨਾਲ ਡਿਸਕਸ ਕਰਨੀਆਂ ਚਾਹੀਦੀਆਂ? ਹਾਂਜੀ, ਸੋ ਜਿਹੜੀ ਪਹਿਲੀ ਮੇਨ ਚੀਜ਼ ਹੈਗੀ ਆ ਉਹ ਹੈਗੀ ਤੁਹਾਡੇ ਜਿਹੜੇ ਬੈਲੈਂਸ ਸ਼ੀਟ ਕਿੱਦਾਂ ਹੈਗੀ ਆ, ਕਿਹੜੀ ਕੰਪਨੀ ਆ, ਕਾਰਪੋਰੇਸ਼ਨ ਆ, ਕਿਤੇ ਉਹ ਜਿਹੜੀ ਆਪਣੀ ਬਿਲਡਿੰਗ ਨੂੰ ਘਾਟੇ 'ਚ ਤਾਂ ਨਹੀਂ ਚਲਾ ਰਹੀ ਹੈਗੀ। ਕੁਝ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਵਾ ਕਿ ਜਿਹੜਾ ਪੈਸਾ ਪੂਲ ਕੀਤਾ ਜਾਂਦਾ ਆ, ਉਹ ਪੈਸਾ ਇੱਕ ਅਕਾਊਂਟ ਦੇ ਵਿੱਚ, ਟਰਸਟ ਅਕਾਊਂਟ ਦੇ ਵਿੱਚ ਰੱਖਿਆ ਜਾਂਦਾ। ਜਿਹੜੀ ਬਿਲਡਿੰਗ ਆਪਣੇ ਖਰਚਾ ਕਰਦੀ ਆ, ਚਾਹੇ ਉਹ ਲੋਨ ਦਾ ਹੋ ਗਿਆ, ਚਾਹੇ ਕੋਈ ਹੋਰ ਪਾਰਕਿੰਗ ਰਿਪੇਅਰ ਦਾ ਹੋ ਗਿਆ, ਕੋਈ ਆਊਟਸਾਈਡ ਹੋ ਗਿਆ ਜਾਂ ਕਾਮਨ ਹੋ ਗਿਆ, ਪੂਲ ਵਗੈਰਾ ਹੋ ਗਿਆ, ਹੈ ਨਾ। ਸੋ ਜਿਹੜੇ ਖਰਚੇ ਉਸ ਫੰਡ ਦੇ ਵਿੱਚੋਂ ਕੀਤੇ ਜਾਂਦੇ। ਕਈ ਵਾਰ ਕਿੱਦਾਂ ਜਿਵੇਂ ਬੈਡ ਜਿਹੜੀ ਮੈਨੇਜਮੈਂਟ ਕੰਪਨੀ, ਕਈ ਵਾਰ ਉਹ ਆਪਣੇ ਖਰਚੇ ਵਧਾ ਲੈਂਦੀਆਂ ਪਰ ਇਨਕਮ ਘੱਟ ਹੁੰਦੀ ਆ, ਤਾਂ ਤੁਹਾਡਾ ਜਿਹੜਾ ਬੈਲੈਂਸ ਸ਼ੀਟ ਆ ਉਹ ਵਿਗੜ ਜਾਂਦੀ ਹੈ। ਸੋ ਸਟੇਟਸ ਸਰਟੀਫਿਕੇਟ ਜੋ ਤੁਸੀਂ ਰਿਵਿਊ ਕਰਾਉਂਦੇ ਆ, ਪਹਿਲੀ ਜਿਹੜੀ ਗੱਲ ਹੈਗੀ ਆ ਉਹ ਤੁਹਾਡੇ ਬੈਲੈਂਸ ਹੁੰਦੇ ਨੇ ਕਿ ਬੈਲੈਂਸ ਕੰਪਨੀ ਕਿੱਦਾਂ ਰਨ ਕਰ ਰਹੀ ਹੈ, ਕਿ ਹਾਂ ਜਿੰਨੇ ਪੈਸੇ ਅਸੀਂ ਕਲੈਕਟ ਕੀਤੇ ਜਾ ਰਹੇ ਆ ਉਹਦਾ ਕਿੰਨਾ ਅਮਾਊਂਟ ਜਿਹੜਾ ਖਰਚਦੀ ਹੈ ਹਰ ਇੱਕ ਸਾਲ, ਹੈ ਨਾ। ਸੋ ਅਕਸਰ ਇੱਦਾਂ ਹੁੰਦਾ ਕਿ ਜਿਹੜੀਆਂ ਨਵੀਆਂ ਬਿਲਡਿੰਗਸ ਹੁੰਦੀਆਂ ਨੇ ਉਹਨਾਂ ਦਾ ਤਾਂ ਫਿਰ ਵੀ ਰਹਿ ਜਾਂਦਾ ਹੈ। ਜਦੋਂ ਇੱਕ ਸਰਟਨ ਏਜ ਨਿਕਲ ਜਾਂਦੀ ਆ, ਤੁਹਾਡੀ ਮੇਨਟੇਨੈਂਸ ਵਧਣੀ ਸ਼ੁਰੂ ਹੋ ਜਾਂਦੀ ਆ, ਕੁਝ ਬਿਲਡਿੰਗ ਨੂੰ ਹਰ ਇੱਕ ਚੀਜ਼ ਦੀ ਰਿਪੇਅਰ ਚਾਹੀਦੀ ਆ, ਕੁਛ ਨਾ ਕੁਛ ਮੇਨਟੇਨ ਕਰਨਾ ਹੁੰਦਾ ਵਾ, ਉਦੋਂ ਇਹ ਜਿਹੜੇ ਖਰਚੇ ਵਧਣੇ ਸ਼ੁਰੂ ਹੋ ਜਾਂਦੇ ਆ। ਜੇ ਤੁਸੀਂ ਨਵੀਂ ਬਿਲਡਿੰਗ ਆਈ ਥਿੰਕ ਯੂ ਬੀ ਓਕੇ, ਪਰ ਜਦੋਂ ਇੱਕ ਸਰਟਨ ਏਜ ਮੰਨ ਲਓ 30-40 ਸਾਲ ਦੀ ਬਿਲਡਿੰਗ ਹੋ ਜਾਂਦੀ ਹੈ, 40 ਸਾਲ ਦੀ, ਤਾਂ ਉਦੋਂ ਤੁਹਾਨੂੰ ਮੇਕ ਸ਼ੋਰ ਕਰਨਾ ਪੈਂਦਾ ਕਿ ਜੇ ਉਹਦੀ ਏਜ ਅਰਾਊਂਡ ਇੰਨੇ ਕੁ ਟਾਈਪ ਦੀ ਹੈਗੀ ਹੈ, 30 ਤੋਂ 40 ਸਾਲ ਦੇ ਵਿੱਚ ਹੋ ਚੁੱਕੀ ਹੈ ਬਿਲਡਿੰਗ, ਤਾਂ ਤੁਸੀਂ ਅਕਸਰ ਇਹ ਚੀਜ਼ ਨੂੰ ਰਿਵਿਊ ਕਰੋ। ਉਹਦੇ ਨਾਲ ਕੀ ਹੁੰਦਾ ਵਾ, ਇੱਕ ਚੀਜ਼ ਜਿਹੜੀ ਕੀਤੀ ਜਾਂਦੀ ਸਟੇਟਸ ਦੇ ਵਿੱਚ ਹੋਰ ਤੁਹਾਡਾ ਦਿੱਤਾ ਜਾਂਦਾ ਕਿ ਪਿੰਨ, ਜੇ ਖਾਸ ਕਰਕੇ ਤੁਸੀਂ ਕੌਂਡੋ ਦੀ ਗੱਲ ਕਰਦੇ ਹੋ, ਤੁਹਾਨੂੰ ਹਮੇਸ਼ਾ ਲੋਕਰ 'ਤੇ ਜਿਹੜਾ ਇੱਕ ਪਾਰਕਿੰਗ ਅਸਾਈਨ ਕੀਤੀ ਜਾਂਦੀ ਹੈ। ਹੁਣ ਕਈ ਕੌਂਡੋਜ਼ 1 ਔਰ 2 ਪਾਰਕਿੰਗ ਦੇ ਨਾਲ ਆਉਂਦੇ ਅਤੇ ਨਾਲ ਉਹਨਾਂ ਦਾ ਜਿਹੜਾ ਲੋਕਰ ਹੁੰਦਾ, ਹੈ ਨਾ। ਸੋ ਉਹਦੇ ਵਿੱਚ ਨਾ ਇੱਕ ਪਿੰਨ ਦਿੱਤੇ ਜਾਂਦੇ ਆ। ਜਿਵੇਂ ਤੁਹਾਡਾ ਇੱਕ ਕੌਂਡੋ ਹੈਗਾ, ਜਦੋਂ ਵੀ ਸਟੇਟਸ ਸਰਟੀਫਿਕੇਟ ਰਿਵਿਊ ਕੀਤਾ ਜਾਂਦਾ ਲਾਇਰ ਤੋਂ, ਹੈ ਨਾ, ਤਾਂ ਉਹਦੇ ਵਿੱਚ ਪਿੰਨ ਦਿੱਤੇ ਜਾਂਦੇ ਆ। ਇੱਕ ਜਿਹੜਾ ਪਿੰਨ ਐਸੋਸੀਏਟ ਹੁੰਦਾ ਤੁਹਾਡੀ ਬਿਲਡਿੰਗ ਦੇ ਨਾਲ, ਅਤੇ ਉਹ ਪਿੰਨ ਗਾਂ ਐਸੋਸੀਏਟ ਹੁੰਦਾ ਤੁਹਾਡੇ ਪਾਰਕਿੰਗ ਜਾਂ ਲੋਕਰ ਦੇ ਨਾਲ, ਹੈ ਨਾ। ਸੋ ਜਦੋਂ ਤੁਸੀਂ ਇਹ ਚੀਜ਼ ਨੂੰ ਰਿਵਿਊ ਕਰਨੇ ਆ, ਮੇਨਲੀ ਕਿ ਤੁਸੀਂ ਆਪਣਾ ਸਿਟ ਡਾਊਨ ਕਰੋ ਆਪਣੇ ਲਾਇਰ ਦੇ ਨਾਲ, ਆਪਣੇ ਏਜੰਟ ਨੂੰ ਬਿਠਾਓ ਅਤੇ ਇਹ ਚੀਜ਼ ਨੂੰ ਰਿਵਿਊ ਜ਼ਰੂਰ ਕਰੋ ਕਿ ਭਾਈ ਸਾਨੂੰ ਇਕੱਲੀ ਚੀਜ਼ ਦਾ ਇਹ ਦੱਸ ਦਿਓ ਪਹਿਲਾਂ, ਹੈ ਨਾ, ਤਾਂ ਕਿ ਕਈ ਵਾਰ ਇੱਦਾਂ ਹੁੰਦਾ ਕਿ ਤੁਹਾਡੇ ਲਾਇਰ ਵੀ ਉੱਦਾਂ ਦੇ ਹੁੰਦੇ ਨੇ। ਮੈਂ ਅਕਸਰ ਇਹ ਚੀਜ਼ਾਂ ਹੁੰਦੀਆਂ ਦੇਖੀਆਂ ਨੇ ਪਰਸਨਲ ਐਕਸਪੀਰੀਅੰਸ ਦੇ। ਮੰਨ ਲਓ ਕਿ ਤੁਸੀਂ ਜਿਹੜਾ ਲਾਇਰ ਨੇ ਉਹ ਰਿਵਿਊ ਕੀਤਾ ਸਟੇਟਸ ਸਰਟੀਫਿਕੇਟ, ਉਹਨੇ ਇਕੱਲੇ ਫੰਡਸ ਦੇਖ ਲਿਓ, ਸਾਰਾ ਕੁਝ ਦੇਖ ਲਿਆ। ਜਦੋਂ ਵੀ ਤੁਹਾਡਾ ਕੋਈ ਏਜੰਟ ਆ ਜਿਹੜਾ ਤੁਹਾਨੂੰ ਰੀਪ੍ਰਜੈਂਟ ਕਰ ਰਿਹਾ ਵਾ ਬਾਇੰਗ ਸਾਈਡ 'ਤੇ, ਮੇਕ ਸ਼ੋਰ ਕਰੋ ਕਿ ਉਹ ਇਕੱਲਾ ਸਰਟੀਫਿਕੇਟ ਨਾ ਭੇਜੇ, ਉਹਦੇ ਨਾਲ APS ਵੀ ਭੇਜੇ। ਬਿਕੋਜ਼ ਜਿਹੜਾ ਲਾਇਰ ਆ ਉਹਨੇ ਰਿਵਿਊ ਕਰਨਾ ਹੁੰਦਾ, ਮੈਚ ਕਰਨਾ ਹੁੰਦਾ, ਉਹਨੇ ਮੈਚ ਕਰਨਾ ਹੁੰਦਾ ਆ ਕਿ ਮਤਲਬ ਕਿ ਜੇ ਮੰਨ ਲਓ ਉਹਦੇ ਵਿੱਚ ਪਾਰਕਿੰਗ ਹੈਗੀ ਆ, ਲੋਕਰ ਹੈਗਾ ਆ, ਉਹਦਾ ਪਿਨ ਨੰਬਰ ਆ, ਉਹਨੇ ਮੇਕ ਸ਼ੋਰ ਕਰਨਾ ਹੁੰਦਾ ਕਿ ਉਹ ਜਿਹੜਾ ਸਟੇਟਸ ਆ ਉਹਦੇ ਨਾਲ ਮਿਲ ਰਿਹਾ ਵਾ, ਰਾਈਟ। ਜੇ ਉਹ ਮਿਸ ਕਰ ਜਾਂਦਾ ਆ, ਕੱਲ੍ਹ ਨੂੰ ਉਹ ਮਿਸ ਰਿਪ੍ਰਜੈਂਟੇਸ਼ਨ ਆ ਜਾਂਦੀ ਹੈ ਕਿ ਕੱਲ੍ਹ ਨੂੰ ਤੁਸੀਂ ਸੋਚ ਕੇ ਚੱਲੇ ਆ ਕਿ ਤੁਹਾਡੇ ਕੋਲ ਪਾਰਕਿੰਗ ਜਾਂ ਲੋਕਰ ਹੈ, ਪਰ ਉਹ ਤੁਹਾਨੂੰ ਨਹੀਂ ਮਿਲਦਾ। ਮੇਰੇ ਨਾਲ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਵੀਰ, ਮੇਰੇ ਨਾਲ ਇੱਦਾਂ ਹੋਇਆ ਇਸੇ ਕੌਂਡੋ ਦੇ ਵਿੱਚ। ਉਦੋਂ ਉਹਨਾਂ ਨੇ ਜਿਹੜੀ ਲਿਸਟਿੰਗ ਸੀਗੀ, ਹੁਣ ਮੈਨੂੰ ਪਤਾ ਲੱਗਦਾ ਵੀ ਮਿਸ ਰਿਪ੍ਰਜੈਂਟੇਸ਼ਨ ਸੀਗੀ, ਉਹ ਲਿਸਟਿੰਗ ਦੇ ਵਿੱਚ ਉਹਨਾਂ ਨੇ ਪਾਈਆਂ ਹੋਈਆਂ ਸੀਗੀਆਂ 2 ਪਾਰਕਿੰਗਸ। ਉਹਦੇ ਵਿੱਚ ਇੱਕ ਪਾਰਕਿੰਗ ਓਨਡ ਸੀਗੀ ਜਿਹੜੀ ਉਹਦੇ ਨਾਲ ਆ ਰਹੀ ਸੀ, ਅਤੇ ਇੱਕ ਪਾਰਕਿੰਗ ਸੀਗੀ ਜਿਹੜੀ ਮੈਨੇਜਮੈਂਟ ਤੋਂ ਰੈਂਟ 'ਤੇ ਲਈ ਹੋਈ ਸੀ ਐਕਸਕਲੂਸਿਵ ਯੂਜ਼ ਵਾਸਤੇ। ਸੋ ਟੈਕਨੀਕਲੀ ਦੇਖਿਆ ਜਾਵੇ ਤਾਂ ਉੱਥੇ ਇੱਕੋ ਪਾਰਕਿੰਗ ਆਉਣੀ ਚਾਹੀਦੀ ਹੈ ਲਿਸਟਿੰਗ ਦੇ ਵਿੱਚ। ਸਾਨੂੰ ਉਹ 2 ਪਾਰਕਿੰਗ ਕਹਿ ਕੇ ਕੌਂਡੋ ਸੈੱਲ ਕੀਤਾ ਸੀ। ਉਦੋਂ ਅਸੀਂ ਇਹ ਚੀਜ਼ ਦਾ ਪਤਾ ਹੀ ਨਹੀਂ ਸੀ ਸਾਨੂੰ ਕਿ ਕਰਨਾ ਕੀ ਹੈ, ਨਾ ਸਾਨੂੰ ਕੋਈ ਗਾਈਡੈਂਸ ਮਿਲੀ ਸੀ। ਉਦੋਂ ਇਹ ਸੀਗਾ ਬਾਈ ਯਾਰ 2 ਪਾਰਕਿੰਗਾਂ ਦੀ ਜਗ੍ਹਾ ਤਾਂ ਇੱਕ ਹੈ, ਇੱਕ ਤਾਂ ਮੈਨੇਜਮੈਂਟ, ਉਹ ਕੋਈ ਚੱਕਰ ਨਹੀਂ ਯਾਰ, ਦੇਖੀ ਜਾਊਗੀ, ਹੁਣ ਤੁਸੀਂ ਕੰਮ ਨਿਬੇੜੋ, ਉਹ ਗੱਲ ਹੋ ਜਾਂਦੀ ਹੈ। ਹਾਂਜੀ, ਇਹੀ ਚੀਜ਼ ਦੀ ਆਪਾਂ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀਗਾ ਕਿ ਇਹੀ ਚੀਜ਼ ਜਿਹੜੀ ਸਰਵਿਸ ਆ
ਹਾਂਜੀ ਆਪਾਂ ਨਾ ਅਸਲ 'ਚ ਆਪਾਂ ਡਿਮਾਂਡ ਵੀ ਨਹੀਂ ਕਰਦੇ ਕਸਟਮਰ ਤੇ। ਮੈਂ ਕਹਿੰਦਾ ਨਾ ਮੇਰਾ ਕਸਟਮਰ ਮੇਰੇ ਤੋਂ ਡਿਮਾਂਡ ਕਰੇ, ਮੇਰਾ ਕਲਾਇੰਟ ਮੇਰੇ ਤੋਂ ਡਿਮਾਂਡ ਕਰੇ ਹੈ ਨਾ ਕਿ ਆਹ ਚੀਜ਼ ਚਾਹੀਦੀ, ਅਤੇ ਆਪਾਂ ਨੂੰ ਮੈਨੂੰ ਆਪ ਖੁਸ਼ੀ ਹੁੰਦੀ ਕਿ ਮੈਂ ਹਰ ਇੱਕ ਚੀਜ਼ ਦਾ ਜਿਹੜਾ ਕੁਐਸਚਨ ਹੁੰਦਾ ਉਹਨਾਂ ਦਾ ਆਨਸਰ ਕਰਾਂ ਹੈ ਨਾ। ਅਤੇ ਚਲੋ ਜਿਵੇਂ ਜਿਵੇਂ ਐਕਸਪੀਰੀਅੰਸ ਤੁਹਾਡਾ ਜ਼ਿਆਦਾ ਹੁੰਦਾ ਜਾਂਦਾ ਉਵੇਂ ਉਵੇਂ ਚੀਜ਼ਾਂ ਤੁਹਾਨੂੰ ਸੌਰਟ ਆਊਟ ਵੀ ਹੁੰਦੀਆਂ ਜਾਂਦੀਆਂ ਨੇ। ਆਪਾਂ ਨੂੰ ਅੱਜ ਕੱਲ੍ਹ ਕਲਾਇੰਟਸ ਬਹੁਤ ਕੁਝ ਸਿਖਾ ਕੇ ਜਾਂਦੇ ਨੇ, ਸਿੱਧੀ ਜੀ ਗੱਲ ਹੈ ਵੀ ਹੁਣ ਕਲਾਇੰਟਸ ਨੌਲੇਜੇਬਲ ਨੇ। ਐਵੇਂ ਕਹੀਏ ਵੀ ਆਪਾਂ ਨੂੰ ਇੰਨੀ ਨੌਲੇਜ ਨਹੀਂ ਸੀ ਜਦੋਂ ਆਪਾਂ ਲੈਣਾ ਸੀ ਇਹ ਘਰ ਹੈ ਨਾ, ਜਾਂ ਲੱਭ ਰਹੇ ਸੀ ਮਾਰਕੀਟ ਦੇ ਵਿੱਚ। ਅੱਜ ਦੀ ਡੇਟ ਦੇ ਵਿੱਚ ਕੰਜ਼ਿਊਮਰ ਬਹੁਤ ਨੌਲੇਜੇਬਲ ਹੈ, ਕਿਉਂਕਿ ਇਨਫੋਰਮੇਸ਼ਨ ਪਬਲਿਕ ਦੇ ਵਿੱਚ ਅਵੇਲੇਬਲ ਹੋ ਗਈ ਹੈ। ਅੱਜ ਤੋਂ 3 ਸਾਲ 4 ਸਾਲ ਪਹਿਲਾਂ ਤੁਸੀਂ ਮਾਰਕੀਟ ਦੇ ਵਿੱਚ ਜੇ ਕੋਈ ਘਰ ਦੀ ਕਿਸੇ ਕੌਂਡੋ ਦੀ ਕੋਈ ਇਨਫੋਰਮੇਸ਼ਨ ਲੈਣੀ ਸੀ, ਤੁਹਾਡੇ ਕੋਲ ਇੱਕੋ ਹੀ ਸੋਰਸ ਸੀਗਾ, ਆਪਣੇ ਲੋਕਲ ਰੀਅਲਟਰ ਨੂੰ ਕੰਟੈਕਟ ਕਰੋ। ਰੀਸੈਂਟ ਸੋਲਡ ਡੇਟਾ ਵੀ ਤੁਹਾਨੂੰ ਉਹਨਾਂ ਤੋਂ ਹੀ ਮਿਲਦਾ ਸੀਗਾ। ਹੁਣ ਤਾਂ ਸਾਰਾ ਕੁਝ ਮਾਰਕੀਟ ਦੇ ਵਿੱਚ ਅਵੇਲੇਬਲ ਹੈ, ਤੁਸੀਂ ਉੱਥੋਂ ਕੰਪੇਅਰ ਕਰਕੇ ਫਿਰ ਜਿਹੜੇ ਵੀ ਆਪਣੇ ਯੰਗ ਜਨਰੇਸ਼ਨ ਇੰਡੀਆ ਤੋਂ ਆ ਰਹੀ ਹੈ, ਬਹੁਤ ਵਧੀਆ ਮੈਂ ਕਹਿੰਦਾ ਵੀ ਛੋਟੀ ਉਮਰ ਦੇ ਵਿੱਚ ਆ ਕੇ ਵੀ ਉਹਨਾਂ ਨੇ ਬੜੀ ਛੇਤੀ ਸਟਰਗਲ ਕਰਕੇ ਲਰਨ ਕਰ ਰਹੇ ਨੇ ਅਤੇ ਅਡੈਪਟ ਕਰ ਰਹੇ ਨੇ। ਹਾਂਜੀ, ਸਾਨੂੰ ਅਡੈਪਟ ਕਰਨ ਨੂੰ ਟਾਈਮ ਲੱਗਿਆ ਸੀਗਾ। ਹਾਂਜੀ, ਬਿਕੋਜ਼ ਉਹ ਹੁਣ ਕੁਐਸਚਨ ਜਿਹੜਾ ਕਰਦੇ ਨੇ ਉਹ ਕੁਆਲਿਟੀ ਆਫ ਕੁਐਸਚਨਸ ਬੜੇ ਵਧੀਆ, ਕੁਆਲਿਟੀ ਆਫ ਕੁਐਸਚਨਸ ਬੜੇ ਵਧੀਆ ਨੇ। ਅਤੇ ਬੈਕ ਟੂ ਦਾ ਸਟੇਟਸ ਮੈਂ ਇੱਕ ਚੀਜ਼ ਹੋਰ ਮੈਂਸ਼ਨ ਕਰਨੀ ਭੁੱਲ ਗਿਆ ਕਿ ਜਦੋਂ ਤੁਸੀਂ ਸਟੇਟਸ ਸਰਟੀਫਿਕੇਟ ਰਿਵਿਊ ਕਰਾਉਂਦੇ ਆ ਉਹਦੇ ਵਿੱਚ ਨਾ ਯੂਜ਼ਲੀ ਅਸੈਸਮੈਂਟਸ ਹੁੰਦੀਆਂ ਨੇ। ਹਾਂਜੀ, ਕਈ ਵਾਰ ਫੀਸ ਵਧੀ ਨਹੀਂ ਹੁੰਦੀ ਹੈਗੀ, ਮੈਨੇਜਮੈਂਟ ਕਈ ਵਾਰ ਅਸੈਸਮੈਂਟ ਮੰਨ ਲਓ ਕੋਈ ਬਿਲਡਿੰਗ ਦੇ ਵਿੱਚ ਕੋਈ ਵੱਡਾ ਖਰਚਾ ਆ ਰਿਹਾ ਵਾ ਜਿੱਥੇ ਪਤਾ ਕਿ ਤੁਹਾਨੂੰ ਇੱਕ ਐਕਸ ਅਮਾਊਂਟ ਮਨੀ ਚਾਹੀਦੀ ਹੈ ਨਾ, ਬਿਲਕੁਲ, ਤਾਂ ਉਹ ਕੀ ਕਰਦੇ ਕਿ ਇੱਕ ਸਪੈਸ਼ਲ ਅਸੈਸਮੈਂਟ ਬਿਠਾ ਦਿੰਦੇ ਆ ਕਿ ਉਹਦੀ ਅਪਰੂਵਲ ਲਈ ਜਿਹੜਾ ਸਾਰਾ ਕੰਟੈਕਟ ਕੀਤਾ ਜਾਂਦਾ ਕਿ ਸਾਨੂੰ ਇੰਨੀ ਮੇਨਟੇਨੈਂਸ ਫੀਸ ਹੋਰ ਵਧਾਉਣੀ ਪੈਣੀ ਆ, ਕਿ ਐਵਰੀਬਡੀ ਇਜ਼ ਔਨ ਦਾ ਸੇਮ ਪੇਜ ਹੈ ਨਾ, ਕਿ ਆਹ ਚੀਜ਼ ਸਾਨੂੰ ਕਰਨੀ ਪੈਣੀ ਹੈ, ਖਰਚਾ ਆ ਗਿਆ ਵੱਡਾ, ਤਾਂ ਉਹ ਵੀ ਤੁਸੀਂ ਇੱਕ ਮੇਕ ਸ਼ੋਰ ਕਰਨਾ ਹੁੰਦਾ ਕਿ ਅਸਲ 'ਚ ਕੋਈ ਸਪੈਸ਼ਲ ਅਸੈਸਮੈਂਟ ਟ੍ਰਿਗਰ ਤਾਂ ਨਹੀਂ ਹੋਈ। ਹਾਂਜੀ, ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਵੀ ਜਦੋਂ ਨਾ ਸਪੈਸ਼ਲ ਅਸੈਸਮੈਂਟ ਬਿਲਡਿੰਗ ਨੇ ਲਗਾਉਣੀ ਹੁੰਦੀ ਹੈ, ਉਹ ਐਟਲੀਸਟ ਤੁਹਾਨੂੰ 6 ਮਹੀਨੇ ਸਾਲ ਪਹਿਲਾਂ ਇਸ ਚੀਜ਼ ਦੀ ਪਲੈਨਿੰਗ ਕਰਦੇ ਆ ਕਿ ਅਸੀਂ ਆਹ ਖਰਚਾ ਕਰਨਾ, ਅਤੇ ਉਹ ਇੱਕ ਨੋਟਿਸ ਜਾਂਦਾ ਪ੍ਰੋਪਰਟੀ ਓਨਰ ਦੇ ਕੋਲੇ ਕਿ ਅਸੀਂ ਬਿਲਡਿੰਗ ਦੇ ਵਿੱਚ ਆਹ ਪਲਾਨ ਕਰ ਰਹੇ ਹਾਂ, ਮੇਜਰ ਇੰਪਰੂਵਮੈਂਟ ਹੋਣੀ ਹੈ, ਅਤੇ ਇਹਦਾ ਅਸੀਂ ਰਫਲੀ $150 ਅਗਲੇ 3 ਸਾਲ ਵਾਸਤੇ ਸਪੈਸ਼ਲ ਅਸੈਸਮੈਂਟ ਚਾਰਜ ਕਰਾਂਗੇ ਤੁਹਾਨੂੰ ਜੀ। ਉਹ ਇੱਕ ਤੁਹਾਨੂੰ ਇੱਕ ਲੈਟਰ ਅਫਰੰਟ ਆ ਜਾਂਦਾ ਜੀ। ਹੁਣ ਇਹ ਲੈਟਰ ਇਹ ਜਿਹੜੀ ਸਪੈਸ਼ਲ ਅਸੈਸਮੈਂਟ ਇਹ ਹਜੇ ਮੇਨਟੇਨੈਂਸ ਫੀਸ ਐਡ ਨਹੀਂ ਹੋਈ, ਬਟ ਇਹ 6 ਮਹੀਨੇ ਸਾਲ ਦੇ ਵਿੱਚ ਐਡ ਹੋ ਜਾਣਾ ਆ। ਇਹ ਚੀਜ਼ ਦਾ ਜੇ ਤੁਸੀਂ ਬਰੀਕੀ ਨਾਲ ਨਹੀਂ ਸਟੱਡੀ ਕਰੋਗੇ, ਤੁਸੀਂ ਇੱਕ ਕੌਂਡੋ ਲੈ ਲਿਆ $500 ਦੀ ਮੇਨਟੇਨੈਂਸ ਫੀਸ ਦੇ ਹਿਸਾਬ ਨਾਲ, ਬਟ ਉਹਦੇ ਵਿੱਚ ਹਜੇ 6 ਮਹੀਨੇ ਬਾਅਦ $150 ਜਾਂ $200 ਦੀ ਇੱਕ ਸਪੈਸ਼ਲ ਅਸੈਸਮੈਂਟ ਐਡ ਹੋਣੀ ਹੈ। ਉਹ ਤੁਹਾਨੂੰ ਅੱਜ ਦੀ ਡੇਟ 'ਚ ਨਹੀਂ ਪਤਾ। ਹਾਲਾਂਕਿ ਲਿਸਟਿੰਗ ਏਜੰਟ ਨੂੰ ਇਹ ਚੀਜ਼ ਦੱਸਣੀ ਚਾਹੀਦੀ ਹੈ, ਪਰ ਕਈ ਵਾਰੀ ਉਹ ਨਹੀਂ ਦੱਸਦੇ। ਬਟ ਬਾਇੰਗ ਏਜੰਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਨੂੰ ਵੀ ਡਿਗ ਇਨ ਕਰਨਾ ਚਾਹੀਦਾ ਜੀ। ਤੁਹਾਡੇ ਲਾਇਰ ਦੀ ਜ਼ਿੰਮੇਵਾਰੀ ਹੈਗੀ ਹੈ, ਉਹਨਾਂ ਤੋਂ ਸਟੇਟਸ ਸਰਟੀਫਿਕੇਟ ਜਦੋਂ ਮੰਗਾਉਂਦੇ ਹੋ ਉਹਦੇ ਵਿੱਚ ਇਹ ਇਨਫੋਰਮੇਸ਼ਨ ਹੁੰਦੀ ਹੈ ਜੀ, ਅਤੇ ਜੇ ਉਹ ਇਨਫੋਰਮੇਸ਼ਨ ਹੈਗੀ ਉਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਜੇ ਨਹੀਂ ਪਤਾ ਤਾਂ ਉਹ ਮਿਸ ਰਿਪਰੈਜ਼ੈਂਟੇਸ਼ਨ ਹੋਈ ਹੈ ਉੱਥੇ ਜੀ। ਹੁਣ ਇਹਦੇ ਨਾਲ ਹੀ ਜਿੱਥੇ ਮੈਂ ਗੱਲ ਕਰ ਰਿਹਾ ਸੀ ਨਾ, ਇਸ ਤੋਂ ਬਾਅਦ ਜਿਹੜੀ ਇੱਕ ਹੋਰ ਬਹੁਤ ਵੱਡੀ ਚੀਜ਼ ਤੁਹਾਨੂੰ ਦੇਖਣ ਵਾਲੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵਾ ਕਿ ਇੱਕ ਪਿੰਨ ਐਸੋਸੀਏਟ ਹੁੰਦਾ ਪਾਰਕਿੰਗ ਅਤੇ ਲੋਕਰ ਦੇ ਨਾਲ, ਜਿੱਥੇ ਤੁਹਾਡੀ ਪ੍ਰੋਪਰਟੀ ਦੇ ਨਾਲ ਹੁੰਦਾ, ਅਤੇ ਉਸ ਦੇ ਵਿੱਚ ਵੀ ਦੋ ਚੀਜ਼ਾਂ ਆ ਜਾਂਦੀਆਂ ਨੇ ਕਿ ਤੁਹਾਡੀ ਪਾਰਕਿੰਗ ਓਨਡ ਆ ਔਰ ਐਕਸਕਲੂਸਿਵ ਆ। ਕਈ ਵਾਰ ਇੱਦਾਂ ਚੀਜ਼ ਦਾ ਤੁਹਾਨੂੰ ਨਹੀਂ ਪਤਾ ਲੱਗਦਾ, ਤੁਸੀਂ ਦੇਖਿਆ ਹੁੰਦੀ ਪਾਰਕਿੰਗ ਹੈਗੀ ਆ, ਪਰ ਪਤਾ ਹੋਣਾ ਜ਼ਰੂਰੀ ਹੁੰਦਾ ਕਿ ਜਿਹੜੀ ਤੁਹਾਡੀ ਪਾਰਕਿੰਗ ਆ ਉਹ ਐਕਚੁਅਲੀ ਸੈਲਫ ਓਨਡ ਆ, ਬਿਕੋਜ਼ ਜਿਹੜੀ ਪਾਰਕਿੰਗ ਐਕਸਕਲੂਸਿਵ ਆ ਉਹਨੂੰ ਤੁਸੀਂ ਕੱਲ੍ਹ ਨੂੰ ਸੈੱਲ ਨਹੀਂ ਕਰ ਸਕਦੇ। ਬਿਲਕੁਲ ਰਾਈਟ, ਬਿਕੋਜ਼ ਤੁਸੀਂ ਉਹਨੂੰ ਓਨ ਨਹੀਂ ਕਰਦੇ ਹੈਗੇ। ਕਈ ਵਾਰ ਇੱਥੇ ਵੀ ਕਾਫੀ ਵੱਡਾ ਡਿਫਰੈਂਸ ਪੈ ਜਾਂਦਾ, ਖਾਸ ਕਰਕੇ ਜਿਹੜੇ ਕਿ ਕੌਂਡੋਜ਼ ਦੇ ਵਿੱਚ ਜਿਨ੍ਹਾਂ ਨੇ ਹਜੇ ਇੰਨਾ ਜ਼ਿਆਦਾ ਕੰਮ ਨਹੀਂ ਕੀਤਾ, ਔਰ ਜਿਹੜਾ ਸੋਚ ਰਿਹਾ ਬੰਦਾ ਚਲੋ ਬਾਕੀ ਤਾਂ ਤੁਸੀਂ ਸਾਰੀਆਂ ਚੀਜ਼ਾਂ ਪਾ ਲੈਂਦੇ, ਪਰ ਇਹ ਜਿਹੜੀਆਂ ਚੀਜ਼ਾਂ ਬਰੀਕੀ ਵਾਲੀਆਂ ਆ ਜਾਂਦੀਆਂ ਨੇ ਜਿਹੜੀਆਂ ਕਿ ਕਈ ਵਾਰ ਤੁਹਾਨੂੰ ਨਹੀਂ ਵੀ ਦੱਸੀਆਂ ਜਾਂਦੀਆਂ ਹਨ। ਸੋ ਜੇ ਤੁਸੀਂ ਇਹ ਚੀਜ਼ ਵਾਚ ਕਰ ਰਹੇ ਹੋ ਔਰ ਤੁਸੀਂ ਪਲਾਨ ਕਰ ਰਹੇ ਹੋ ਨਾ ਕਿ ਭਾਈ ਅਸੀਂ ਕੌਂਡੋ ਲੈਣਾ ਜਾਂ ਕੌਂਡੋ ਦੇ ਵਿੱਚ ਇਨਵੈਸਟ ਕਰਨਾ ਵਾ, ਹੈ ਨਾ, ਤਾਂ ਇਹ ਜਿਹੜੀਆਂ ਚੀਜ਼ਾਂ ਨਾ ਇਹ ਤੁਹਾਨੂੰ ਕਾਫੀ ਜਿਹੜੀ ਮੁਸ਼ਕਿਲਾਂ ਅਤੇ ਪਰੇਸ਼ਾਨੀਆਂ ਤੋਂ ਬਚਾ ਵੀ ਸਕਦੀਆਂ ਨੇ, ਅਤੇ ਤੁਹਾਡੇ ਨਾਲ ਦੀ ਨਾਲ ਤੁਹਾਡੇ ਕਾਫੀ ਪੈਸੇ ਬਚਾ ਵੀ ਸਕਦੀਆਂ ਨੇ। ਰਾਈਟ, ਬਿਕੋਜ਼ ਇਹ ਬਾਅਦ 'ਚ ਜੇ ਹੁਣ ਮੰਨ ਲਓ ਪਾਰਕਿੰਗ ਬਾਏ ਕਰਨੀ ਹੋਵੇ, ਅੱਜ ਕੱਲ੍ਹ ਪਿਆ ਪਾਰਕਿੰਗ ਹੀ ਤੁਹਾਨੂੰ ਘੱਟੋ ਘੱਟ $40,000 ਤੋਂ $60,000 ਦੀ ਇੱਕ ਪਾਰਕਿੰਗ ਸਪਾਟ ਮਿਲ ਰਿਹਾ ਹੈ। ਮਿਨੀਮਮ $40,000 to $50,000 ਤੁਸੀਂ ਕਿਹੜੀ ਲੋਕੇਸ਼ਨ ਦੇ ਵਿੱਚੋਂ, ਡਾਊਨਟਾਊਨ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ। ਬਿਲਕੁਲ, ਫਿਰ ਤੁਸੀਂ ਜੇ ਰੈਂਟ ਕਰ ਰਹੇ ਹੋ ਤਾਂ ਐਡੀਸ਼ਨਲ $100-150 ਤੁਹਾਡਾ ਪਾਰਕਿੰਗ ਨਹੀਂ, ਫਿਰ ਤੁਹਾਡਾ ਜਿਵੇਂ ਤੁਹਾਡੀਆਂ ਐਕਸਪੈਂਸਿਸ ਹੈਗੇ ਨੇ ਦੂਸਰੇ, ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਯੂਟਿਲਿਟੀ ਦੇ ਆ ਜਾਂਦੇ ਨੇ, ਉਵੇਂ ਤੁਹਾਡਾ ਇੱਕ ਹੋਰ ਐਕਸਪੈਂਸ ਐਡ ਹੋ ਜਾਣਾ ਵਾ ਜੇ ਤੁਹਾਨੂੰ ਪਾਰਕਿੰਗ ਸਪਾਟ ਚਾਹੀਦਾ ਹੋਇਆ ਲੇਟਰ ਡਾਊਨ ਦਾ ਰੋਡ ਆਪਣੀ ਕਾਰ ਪਾਰਕ ਕਰਨ ਦੇ ਲਈ। ਬਿਲਕੁਲ ਜੀ, ਬਿਲਕੁਲ। ਸੋ ਜਿਹੜੀਆਂ ਪਾਰਕਿੰਗ ਆ ਜਾਂ ਲੋਕਰ ਆ ਉਹਦਾ ਸਟੇਟਸ ਜ਼ਰੂਰ ਚੈੱਕ ਕਰ ਲਿਆ ਕਰੋ ਕਿ ਭਾਈ ਇਹ ਓਨਡ ਆ ਔਰ ਐਕਸਕਲੂਸਿਵ ਹੈ। ਬਿਲਕੁਲ, ਰਾਈਟ। ਨਹੀਂ, ਬਹੁਤ ਵਧੀਆ ਪੁਆਇੰਟ ਹੈ। ਬਾਇਰਸ ਨੂੰ ਇਹ ਚੀਜ਼ਾਂ ਦਾ ਪਹਿਲਾਂ ਪਤਾ ਹੋਵੇ ਤਾਂ ਉਹ ਡਿਸੀਜਨ ਲੈਣ 'ਚ ਥੋੜ੍ਹੀ ਹੈਲਪ ਹੋ ਜਾਂਦੀ ਹੈ। ਜੀ ਕੁਝ ਆਪਾਂ ਨਾ, ਮੈਂ ਅਕਸਰ ਗੱਲ ਕਰਦਾ ਹੁੰਦਾ, ਜੇ ਆਪਾਂ ਆਲੂ ਗੰਢੇ ਟਮਾਟਰ ਲੈਣ ਜਾਣਾ ਹੋਵੇ ਤਾਂ ਆਪਾਂ ਚੁਆਨੀ ਦੀ ਉਹਨਾਂ ਤੋਂ ਨੈਗੋਸ਼ੀਏਸ਼ਨ ਕਰਦੇ ਹਾਂ। ਕਈ ਵਾਰ ਜਿਹੜਾ ਆਪਣੀ ਲਾਈਫ ਦਾ ਸਭ ਤੋਂ ਵੱਡਾ ਐਸਟ ਆਪਾਂ ਬਾਏ ਕਰਨਾ ਹੁੰਦਾ, ਸਭ ਤੋਂ ਵੱਡੀ ਚੀਜ਼ ਬਾਏ ਕਰਨੀ, ਸਪੈਸ਼ਲੀ ਇਹਨਾਂ ਕੰਟਰੀਆਂ ਦੇ ਵਿੱਚ ਕਈ ਵਾਰ ਆਪਾਂ ਉਹ ਟੋਟਲੀ ਦੂਸਰੇ ਬੰਦੇ 'ਤੇ ਛੱਡ ਦਿੰਦੇ ਹਾਂ। ਬਿਲਕੁਲ, ਦੂਜੇ 'ਤੇ ਰਿਲਾਈ ਕਰ ਜਾਂਦੇ ਹਾਂ ਅਤੇ ਇਮੋਸ਼ਨਸ ਆ ਜਾਂਦੇ ਨੇ ਫਿਰ। ਹਾਂਜੀ, ਜਦੋਂ ਤੁਸੀਂ ਘਰ ਦਾ ਡਿਸੀਜਨ ਲੈਂਦੇ ਹੋ ਉਦੋਂ ਕੋਈ ਚੀਜ਼ ਸੋਹਣੀ ਸਟੇਜ ਹੋਈ ਹੈ, ਤੁਹਾਨੂੰ ਦੇਖ ਕੇ ਪਸੰਦ ਆ ਜਾਂਦੀ ਹੈ ਜੀ, ਤੁਸੀਂ ਬਾਕੀ ਚੀਜ਼ਾਂ ਇਗਨੋਰ ਕਰ ਦਿੰਦੇ ਹੋ ਜੀ। ਤੁਸੀਂ ਬਿਹਾਈਂਡ ਦਾ, ਉਹ ਕਹਿੰਦੇ ਆ ਨਾ ਵੀ ਤੁਸੀਂ ਜੇ ਉਹ ਕਹਿੰਦੇ ਆ ਤੁਸੀਂ ਜੇ ਘਰ ਦੇਖਣਾ ਹੈ ਤਾਂ ਤੁਸੀਂ ਕੰਧਾਂ ਵੱਲ ਨਾ ਜਾਓ, ਤੁਸੀਂ ਜਾ ਕੇ ਨਾ ਕੈਬਨਿਟਸ ਖੋਲ੍ਹ ਕੇ ਦੇਖੋ, ਤੁਸੀਂ ਜਿਹੜੇ ਤੁਹਾਡੀ
ਡਰਾਅਰਸ ਨੇ ਜਾਂ ਜਿਹੜੇ ਕੈਬਿਨਟਸ ਨੇ ਅੰਡਰ ਸਿੰਕ ਏਰੀਆ ਹੈਗਾ, ਉੱਥੋਂ ਤੁਹਾਨੂੰ ਅਸਲੀ ਪਿਕਚਰ ਪਤਾ ਲੱਗਦੀ ਹੈ। ਤੁਸੀਂ ਪਲੰਬਿੰਗ ਚੈੱਕ ਕਰਦੇ ਹੋ, ਉੱਥੋਂ ਪਤਾ ਲੱਗਦਾ। ਹੁਣ ਇਸ ਦੇ ਨਾਲ ਹੋਰ ਵੀ ਤੁਸੀਂ ਇਕੱਲੇ ਉੱਪਰ ਵਾਲਾ ਹਿਸਾਬ ਨਾਲ ਦੇਖੋ, ਉਹਦੀ ਦੇਖੋ ਫਰਨਸ ਕਿੰਨੀ ਓਲਡ ਆ, ਉਹਦਾ AC ਦੇਖੋ ਕਿੰਨਾ ਓਲਡ ਆ, ਉਹਦੀ ਰੂਫਿੰਗ ਦੇਖੋ ਕਦੋਂ ਲਾਸਟਲੀ ਡਨ ਹੋਈ ਸੀ। ਕੁਝ 2000 ਦਾ ਬਿਗੇਸਟ ਐਕਸਪੈਂਸਿਸ ਜਦੋਂ ਤੁਸੀਂ ਬਾਏ ਕਰਦੇ ਆ, ਘੱਟੋ ਘੱਟ ਤੁਹਾਡਾ AC ਤੇ ਫਰਨਸ ਦਾ ਖਰਚਾ $10,000 ਦਾ, ਤੁਸੀਂ ਰੂਫ ਦਾ ਲਾ ਲਓ 10 ਤੋਂ 15 ਤੋਂ $20,000 ਦਾ ਖਰਚਾ, ਡਿਪੈਂਡ ਔਨ ਯੂਰ ਪ੍ਰਾਪਰਟੀ, ਹੈ ਨਾ। ਸੋ ਇਹ ਮੇਨ ਐਕਸਪੈਂਸਿਸ ਜਿਹੜੇ ਹੁੰਦੇ ਆ, ਤੁਸੀਂ ਇਹ ਨਾ ਦੇਖੋ ਕਿ ਕੱਲ੍ਹ ਨੂੰ ਤੁਸੀਂ ਪ੍ਰਾਪਰਟੀ ਦਾ ਬਾਏ ਕਰ ਲਈ ਔਰ ਡਾਊਨ ਦਾ ਰੋਡ 6 ਮੰਥਸ ਤੁਹਾਡੇ ਕੋਲ ਐਡਾ ਵੱਡਾ ਐਕਸਪੈਂਸ ਆ ਜਾਂਦਾ। ਹਾਂਜੀ, ਉਹ ਕਹਿੰਦੇ ਵੀ ਕੰਧਾਂ ਦੇ ਸਾਹਮਣੇ ਨਾ ਦੇਖੋ ਵੀ ਕੀ ਹੈਗਾ, ਕੰਧਾਂ ਦੇ ਪਿੱਛੇ ਕੀ ਹੈਗਾ, ਉਹ ਚੀਜ਼ ਜ਼ਿਆਦਾ ਮੈਟਰ ਕਰਦੀ ਹੈ, ਖਰਚੇ ਉੱਥੋਂ ਆਉਣੇ ਆ ਤੁਹਾਡੇ। ਜੀ ਹੁਣ ਇਹੀ ਹੈ ਕਿ ਬਿਲਡਿੰਗ ਦੇ ਵਿੱਚ ਕਾਫੀ ਚੀਜ਼ਾਂ ਤੁਹਾਡੀਆਂ ਅੱਖਾਂ ਤੋਂ ਓਹਲੇ ਹੁੰਦੀਆਂ, ਪਰ ਜਿਹੜਾ ਸਟੇਟਸ ਦਾ ਉਹ ਤੁਹਾਨੂੰ ਬਹੁਤ ਚੀਜ਼ਾਂ ਦੱਸ ਦਿੰਦਾ ਆ। ਬਿਲਕੁਲ, ਕਿਉਂਕਿ ਉਹਨਾਂ ਨੂੰ ਪਬਲਿਕਲੀ ਇਹ ਰਿਕਾਰਡ ਰੱਖਣਾ ਪੈਂਦਾ ਕਿ ਅਸੀਂ ਕੀ ਚੀਜ਼ ਦੀ ਰਿਪੇਅਰ ਕਰਤੀ ਹੈ, ਕੀ ਨਹੀਂ ਹੋਇਆ, ਹੈ ਨਾ। ਸੋ ਜਿਵੇਂ ਆਪਾਂ ਦੂਸਰੀ ਇੰਸਪੈਕਸ਼ਨ ਕਰਾਉਂਦੇ ਕਰਦੀ ਹੋ, ਇੱਕ ਬੇਸਿਕਲੀ ਇੰਸਪੈਕਸ਼ਨ ਹੀ ਹੁੰਦੀ ਉਹ ਪ੍ਰੋਪਰਟੀ ਦੀ, ਹੈ ਨਾ। ਨਹੀਂ, ਕੌਂਡੋਜ਼ ਦੇ ਵਿੱਚ ਦੇਖੋ ਬੜੀਆਂ ਚੀਜ਼ਾਂ ਉਹਦੇ ਫੇਵਰ 'ਚ ਵੀ ਜਾਂਦੀਆਂ ਨੇ, ਹਾਂਜੀ, ਬੜੀਆਂ ਚੀਜ਼ਾਂ ਉਹਦੇ ਅਗੇਂਸਟ ਜਾਂਦੀਆਂ ਨੇ। ਫੇਵਰ ਦੇ ਵਿੱਚ ਇਹ ਹੈ ਵੀ ਜੋ ਵੀ ਹੈਗਾ ਉਹਦੇ ਵਿੱਚ ਮੈਨੇਜਮੈਂਟ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਮੇਨਟੇਨੈਂਸ ਕਰਨ ਦੀ। ਜੀ, ਤੁਹਾਡੀ ਹੈਡੇਕ ਥੋੜ੍ਹੀ ਘੱਟ ਜਾਂਦੀ ਹੈ। ਤੁਸੀਂ ਸਿਰਫ ਆਪਣੀ ਇੰਟਰਨਲ ਪਲੰਬਿੰਗ ਦਾ ਧਿਆਨ ਰੱਖਣਾ, ਇੰਟਰਨਲ ਵਾਇਰਿੰਗ ਦਾ ਧਿਆਨ ਰੱਖਣਾ। ਤੁਹਾਨੂੰ ਬਿਲਡਿੰਗ ਦੇ ਜਿਹੜੇ ਹੀਟਿੰਗ ਦਾ ਸਿਸਟਮ ਹੈਗਾ, ਉਹਨਾਂ ਦਾ 에ਅਰ ਕੰਡੀਸ਼ਨਿੰਗ ਦਾ ਸਿਸਟਮ, ਉਹ ਸਾਰਾ ਮੈਨੇਜਮੈਂਟ ਦੇਖ ਰਹੀ ਹੈ। ਤੁਹਾਨੂੰ ਐਟਲੀਸਟ ਉਹ ਹੈਡੇਕ ਨਹੀਂ ਹੈਗਾ ਕਿ ਕੱਲ੍ਹ ਨੂੰ ਖਰਾਬ ਹੋਊਗਾ ਤਾਂ ਮੇਰੇ ਉੱਤੇ ਕਾਸਟ ਆਣੀ ਹੈ ਜਾਂ ਉਹਨਾਂ ਨੇ ਬੇਅਰ ਕਰ ਲੈਣੀ ਹੈ, ਅਤੇ ਉਹਨਾਂ ਨੇ ਮੈਨੇਜ ਵੀ ਉਹਨਾਂ ਨੇ ਹੀ ਕਰਨਾ, ਤੁਹਾਨੂੰ ਕੋਈ ਹੈਡੇਕ ਨਹੀਂ ਹੈਗਾ। ਨਹੀਂ, ਇਹ ਚੀਜ਼ਾਂ ਤੁਹਾਨੂੰ ਓਬਵੀਅਸਲੀ ਮੰਨ ਲਓ ਸਨੋ ਦੇ ਦਿਨਾਂ ਦੇ ਵਿੱਚ ਕਿੱਡੀ ਵੱਡੀ ਸਹੂਲਤ ਆ। ਜੇ ਤੁਸੀਂ ਗੱਡੀ ਸਾਫ਼ ਪਾਰਕ ਥੱਲੇ ਲਾਈ ਤੇ ਤੁਸੀਂ ਸਾਫ਼ ਹੀ ਕੱਢ ਰਹੇ ਹੋ ਬਾਹਰ, ਹੈ ਨਾ, ਰੈਦਰ ਦੈਨ ਤੁਸੀਂ ਕਿਤੇ ਸ਼ਵਲ ਕਰ ਰਹੇ ਹੋ ਬਾਹਰ ਚੀਜ਼ਾਂ। ਸੋ ਹਰ ਇੱਕ ਚੀਜ਼ ਦੇ ਨਾ ਉਹ ਕੁਛ ਫਾਇਦੇ ਵੀ ਹੁੰਦੇ ਅਤੇ ਕੁਛ ਉਹਨਾਂ ਦੀਆਂ ਸਾਈਡ ਇਫੈਕਟਸ ਵੀ ਹੁੰਦੀਆਂ ਨੇ। ਡਿਪੈਂਡ ਕਿ ਤੁਹਾਡੀ ਜਿਹੜੀ ਪਰਸਨਲ ਚੋਇਸ ਆ ਉਹ ਕਿਹੜੀ ਚੀਜ਼ ਨਾਲ ਬੈਟਰ ਕਰਦੀ ਹੈ। ਹੁਣ ਆਪਾਂ ਇੱਥੇ ਇੱਕ ਗੱਲ ਕਰ ਲੈਂਦੇ ਹਾਂ ਕੰਪੈਰੀਜ਼ਨ ਦੀ। ਜਦੋਂ ਲੋਕ ਆਪਣੀ ਕਮਿਊਨਿਟੀ ਦੇ ਵਿੱਚ ਮੋਸਟਲੀ ਇੱਕ ਹੁੰਦਾ ਕਿ ਅਸੀਂ ਕੌਂਡੋ ਨਹੀਂ ਲੈਣੇ, ਅਸੀਂ ਫਰੀ ਹੋਲਡ ਹੀ ਲੈਣਾ। ਬੈਨੀਫਿਟਸ ਕੀ ਨੇ ਕੌਂਡੋ ਲੈਣ ਦੇ, ਨੁਕਸਾਨ ਕੀ ਹੈਗੇ ਨੇ, ਅਤੇ ਕੰਪੈਰੀਜ਼ਨ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਕੌਂਡੋਸ ਅਤੇ ਫਰੀ ਹੋਲਡ ਨੂੰ? ਜੀ, ਕੌਂਡੋ ਅਤੇ ਫਰੀ ਹੋਲਡ ਦਾ ਵੀ ਜੀ ਮੈਨੂੰ ਮੋਸਟਲੀ ਲੱਗਦਾ ਕਿ ਤੁਹਾਡੇ ਪਰਸਨਲ ਬਜਟ ਦੇ ਉੱਤੇ ਹੁੰਦਾ। ਜੇ ਤੁਸੀਂ ਅੱਛੇ ਖਾਸੇ ਪੈਸੇ ਬਣਾ ਰਹੇ ਹੋ ਨਾ, ਤਾਂ ਮੈਨੂੰ ਲੱਗਦਾ ਤੁਸੀਂ ਜਿਹੜੀ ਤੁਸੀਂ ਚੀਜ਼ ਉਹ ਬਾਏ ਕਰੋ ਜਿਹੜੀ ਤੁਸੀਂ ਅਫੋਰਡ ਕਰ ਸਕਦੇ ਆ, ਹੈ ਨਾ। ਕਈ ਵਾਰ ਆਪਣੇ ਪੀਅਰ ਪ੍ਰੈਸ਼ਰ ਬਹੁਤ ਹੋ ਜਾਂਦਾ, ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ। ਆਪਾਂ ਜਿਹੜਾ ਨਾ ਕੌਂਡੋ ਨੂੰ ਬੜਾ ਡਾਊਨਗ੍ਰੇਡਡ ਸਮਝਦੇ ਹਾਂ ਕਿ ਯਾਰ ਕੌਂਡੋ ਕੀ ਗੱਲ ਕਰ ਰਹੇ ਹੋ ਨਾ, ਡੱਬੇ 'ਚ ਰਹਿੰਦੇ ਹੋ ਨਾ। ਪਰ ਕਈ ਵਾਰ ਇੱਦਾਂ ਹੁੰਦਾ ਕਿ ਜਿਹੜੇ ਤੁਹਾਡੇ ਖਾਸ ਕਰਕੇ ਜਦੋਂ ਤੁਸੀਂ ਆਪਣੀ ਜ਼ਿੰਦਗੀ ਸ਼ੁਰੂ ਕਰ ਰਹੇ ਨਾ ਇਹਨਾਂ ਕੰਟਰੀਆਂ ਦੇ ਵਿੱਚ, ਤੁਹਾਨੂੰ ਇਹ ਕਿਹੜਾ ਇਨਕਮ ਫੋਕਸਡ ਰੱਖਣਾ ਪੈਂਦਾ। ਹਾਂ, ਚੀਜ਼ ਬਾਏ ਕਰੋ ਪਰ ਉਹਨੂੰ ਉਨਾ ਕੁ ਉਸ ਹਿਸਾਬ ਨਾਲ ਕੈਲਕੂਲੇਟ ਬਾਏ ਕਰੋ ਕਿ ਹਾਂ ਕਿ ਕੱਲ੍ਹ ਨੂੰ ਤੁਹਾਡੀ ਪਰਸਨਲ ਸੇਵਿੰਗ 'ਤੇ ਡਾਕਾ ਨਾ ਪੈ ਜਾਵੇ। ਮੀਨਸ ਜਿਹੜੇ ਤੁਸੀਂ ਪੈਸੇ ਸੇਵ ਕਰਨੇ ਆ ਉਹ ਸਾਰੇ ਦੇ ਸਾਰੇ ਤੁਹਾਡੇ ਲਿਵਿੰਗ ਐਕਸਪੈਂਸ 'ਚ ਜਾ ਰਹੇ ਆ। ਹੁਣ ਜਿਵੇਂ ਤੁਸੀਂ ਬੜੀ ਵਧੀਆ ਗੱਲ ਕੀਤੀ ਅਸਲ 'ਚ, ਜਦੋਂ ਤੁਸੀਂ ਦੇਖ ਰਹੇ ਸੀਗੇ ਤੁਸੀਂ ਫਰੀ ਹੋਲਡ ਦੇ ਪਿੱਛੇ ਨਹੀਂ ਗਏ, ਤੁਸੀਂ ਆਪਣਾ ਬਜਟ ਜਿਹੜਾ ਮੰਥਲੀ ਸੀਗਾ ਉਹਨੂੰ ਅਸੈਸ ਕੀਤਾ ਕਿ ਮੇਰੇ ਬਜਟ 'ਚ ਕਿਹੜੀ ਚੀਜ਼ ਆ ਰਹੀ ਆ। ਬਿਲਕੁਲ। ਐਂਡ ਅੱਜ ਤੁਸੀਂ ਦੇਖੋ ਤੁਹਾਡੇ ਕੋਲ ਫਰੀ ਹੋਲਡ ਵੀ ਹੈਗਾ, ਤੁਸੀਂ ਵਧੀਆ ਪ੍ਰੋਪਰਟੀ ਦੇ ਵਿੱਚ ਬੈਠੇ ਹੋ ਨਾ। ਨਹੀਂ, ਡਾਊਨ ਦਾ ਰੋਡ ਹੌਲੀ ਹੌਲੀ ਚੀਜ਼ਾਂ ਬੈਟਰ ਹੁੰਦੀਆਂ ਬਣਦੀਆਂ। ਦੇਖੋ ਆਪਾਂ ਸਾਰੇ ਇੱਥੇ ਕੰਮ ਕਰਨ ਆਏ, ਆਪਾਂ ਇੰਡੀਆ ਦੇ ਵਿੱਚ ਜੇ ਮੌਜ ਹੀ ਕਰਨੀ ਸੀ ਤਾਂ ਇੰਡੀਆ 'ਚ ਬਥੇਰੀ ਮੌਜ ਹੈਗੀ ਆ। ਆਪਾਂ ਇੱਥੇ ਇੱਕ ਵਧੀਆ ਫਿਊਚਰ ਮਿਹਨਤ ਕਰਨ ਆਏ ਹਾਂ ਅਤੇ ਸਾਰੇ ਇੱਥੇ ਕਰ ਵੀ ਰਹੇ ਹਾਂ। ਸੋ ਬਟ ਪਲੈਨਿੰਗ ਬਹੁਤ ਮੈਟਰ ਕਰਦੀ ਹੈ ਕੋਈ ਵੀ ਚੀਜ਼ ਕਰਨੀ ਹੈ। ਹੁਣ ਤੁਹਾਨੂੰ ਕਿ ਗਾਈਡੈਂਸ ਟਾਈਮ ਨਾਲ ਮਿਲ ਜਾਣੀ, ਉਹਦੇ ਨਾਲ ਤੁਹਾਡਾ ਡਿਸੀਜਨ ਤੁਹਾਨੂੰ ਕਿਤੇ ਦੀ ਕਿਤੇ ਲੈ ਜਾਂਦਾ ਹੈ। ਸਾਨੂੰ 2009 ਦੇ ਵਿੱਚ ਆਇਆ ਸੀ, ਸੋ ਉਹ ਜਿਹੜਾ ਫੇਸ ਸੀਗਾ ਉਦੋਂ ਇੰਨੀ ਗਾਈਡੈਂਸ ਨਹੀਂ ਸੀ। ਹੁਣ ਇਨਫੋਰਮੇਸ਼ਨ ਬਹੁਤ ਅਵੇਲੇਬਲ ਹੈ, ਗਾਈਡੈਂਸ ਬਹੁਤ ਅਵੇਲੇਬਲ ਹੈਗੀ ਹੈ, ਤੁਹਾਡਾ ਸੋਸ਼ਲ ਸਰਕਲ ਬਹੁਤ ਈਜ਼ੀਲੀ ਡਿਵੈਲਪ ਹੋ ਜਾਂਦਾ, ਤੁਸੀਂ ਉੱਥੋਂ ਮਤਲਬ ਕਿ ਇਨਫੋਰਮੇਸ਼ਨ ਲੈ ਸਕਦੇ ਹੋ। ਪਹਿਲਾਂ ਇਹ ਚੀਜ਼ਾਂ ਇੰਨੀਆਂ ਸੌਖੀਆਂ ਅਵੇਲੇਬਲ ਨਹੀਂ ਸੀ। ਸੋ ਹੁਣ ਜਿਵੇਂ ਆਪਾਂ ਗੱਲ ਕਰਦੇ ਹਾਂ ਕੋਈ ਫਰੀ ਹੋਲਡ 'ਤੇ ਆਪਾਂ ਘੁੰਮ ਕੇ ਵਾਪਸ ਆਏ ਨੇ ਕੌਂਡੋ ਅਤੇ ਫਰੀ ਹੋਲਡ ਦੀ ਕੰਪੈਰੀਜ਼ਨ ਦੇ ਵਿੱਚ, ਮੈਨੂੰ ਲੱਗਦਾ ਵੀ ਕੌਂਡੋ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਡਾ ਜੇ ਤੁਹਾਡੇ ਬਜਟ ਦੇ ਵਿੱਚ ਕੌਂਡੋ ਆ ਰਿਹਾ ਤਾਂ ਆਈ ਵੁੱਡ ਪਰਸਨਲੀ ਸੁਜੈਸਟ ਕਿ ਤੁਸੀਂ ਕੰਪੈਰੀਜ਼ਨ ਕਰੋ ਮਾਰਕੀਟ ਦੇ ਵਿੱਚ। ਇੱਕ ਵਧੀਆ ਕੌਂਡੋ ਦੇ ਵਿੱਚ ਤੁਸੀਂ ਰਹਿ ਸਕਦੇ ਹੋ। ਇਹ ਤੁਹਾਡੀ ਕੋਈ ਲਾਈਫ ਟਾਈਮ ਪ੍ਰੋਪਰਟੀ ਨਹੀਂ ਹੈ ਕਿ ਤੁਸੀਂ ਇਹਦੇ ਵਿੱਚ ਰਹਿਣਾ। ਤੁਸੀਂ ਸਾਲ 6 ਮਹੀਨੇ 2 ਸਾਲ 3 ਸਾਲ ਜਿੰਨਾ ਵੀ ਤੁਹਾਡਾ ਲੱਗਦਾ ਬਜਟ ਦੇ ਵਿੱਚ ਉਹਨੂੰ ਤੁਸੀਂ ਰਹੋ। ਉਹ ਟਾਈਮ ਦੇ ਵਿੱਚ ਆਪਣੀ ਸੇਵਿੰਗ ਕਰੋ ਅਤੇ ਇਵੈਂਚੁਅਲੀ ਹੋਪਫੁਲੀ ਤੁਹਾਨੂੰ ਉਹ ਕੌਂਡੋ ਵੀ ਐਕੁਇਟੀ ਬਿਲਡ ਕਰਕੇ ਦੇਵੇਗਾ ਅਤੇ ਉਹਨੂੰ ਤੁਸੀਂ ਕੱਲ੍ਹ ਨੂੰ ਵੇਚ ਕੇ ਦੂਜੀ ਪ੍ਰੋਪਰਟੀ ਲੈ ਸਕਦੇ ਹੋ। ਅਤੇ ਜੇ ਤੁਸੀਂ ਵਧੀਆ ਗਰੋਥ ਉਹਦੇ 'ਚ ਐਕਸਪੈਕਟ ਕਰ ਲੈਂਦੇ ਹੋ, ਗੇਨ ਕਰ ਲੈਂਦੇ ਹੋ, ਅਤੇ ਤੁਸੀਂ ਉਹਨੂੰ ਰੱਖ ਕੇ ਵੀ ਅੱਗੇ ਪ੍ਰੋਪਰਟੀ ਲੈ ਸਕਦੇ ਹੋ। ਜੀ ਮੇਰਾ ਹਮੇਸ਼ਾ ਇੱਦਾਂ ਪਰਸਪੈਕਟਿਵ ਰਿਹਾ ਕਿ ਮਤਲਬ ਕਿ ਜਿਹੜਾ ਤੁਸੀਂ ਕਰੰਟ ਤੁਹਾਡਾ ਬਜਟ ਆ, ਤੁਸੀਂ ਮੈਨੂੰ ਆਉਂਦਾ ਕਿ ਫਿਊਚਰਿਸਟਿਕ ਜੋ ਹੋਏਗਾ ਉਹ ਚੈਰੀ ਔਨ ਟੌਪ ਆ, ਹੈ ਨਾ। ਕਿ ਮੈਂ ਅੱਜ ਦਾ ਦੇਖਾਂ ਮੇਰਾ ਕੀ ਚੱਲ ਰਿਹਾ, ਜੇ ਮੈਕਸ ਅਮਾਊਂਟ ਪੈਸੇ ਬਣਾ ਰਿਹਾ ਤਾਂ ਮੇਰਾ ਲਿਵਿੰਗ ਐਕਸਪੈਂਸ ਕਿੰਨਾ ਜਾ ਰਿਹਾ, ਹੈ ਨਾ। ਸੋ ਜਦੋਂ ਤੁਸੀਂ ਇਹ ਕੈਲਕੂਲੇਸ਼ਨ ਕਰ ਰਹੇ ਹੋ ਤੁਸੀਂ ਹਮੇਸ਼ਾ ਜਿਹੜਾ ਹੈਗਾ ਆਪਣਾ ਸੇਫਟੀ ਉਹ ਮਾਰਜਨ ਲਾ ਕੇ ਚੱਲਦੇ ਹੋ ਕਿਸੇ ਵੀ ਚੀਜ਼ ਦੇ ਵਿੱਚ, ਰਾਈਟ। ਉਹ ਮੰਨ ਲਓ ਕਦੇ ਵੀ ਤੁਹਾਨੂੰ ਹਾਰਡਸ਼ਿਪ ਆਉਂਦੀ ਹੈ, ਕੋਈ ਚੀਜ਼ ਆਉਂਦੀ ਆ, ਤਾਂ ਉੱਥੇ ਤੁਹਾਨੂੰ ਇੱਕ ਬੈਕਅਪ ਪਲਾਨ ਦੀ ਤਰ੍ਹਾਂ ਇੱਕ ਕੁਸ਼ਨ ਦੀ ਤਰ੍ਹਾਂ ਉਹ ਐਕਟ ਕਰਦਾ ਹੈ। ਬਿਲਕੁਲ। ਜਦੋਂ ਤੁਸੀਂ ਆਪਣੇ ਬਜਟ ਦੇ ਵਿੱਚ ਰਹਿ ਕੇ ਚੱਲਦੇ ਹੋ,
ਫਿਰ ਮਾਰਕੀਟ ਚਾਹੇ ਉੱਤੇ ਹੋਵੇ ਥੱਲੇ ਹੋਵੇ ਤੁਹਾਨੂੰ ਸਟ੍ਰੈਸ ਨਹੀਂ ਹੁੰਦਾ। ਤੁਹਾਨੂੰ ਪਤਾ ਹੈ ਕਿ ਮੇਰੀ ਪਾਕਟ ਮੇਰੀ ਮੰਥਲੀ ਅਫੋਰਡ ਕਰ ਸਕਦੀ ਹੈ, ਮੇਰੀ 4 ਪੈਸੇ ਮੇਰੇ ਬਚ ਵੀ ਰਹੇ ਆ ਸੇਵਿੰਗ ਦੇ ਵਿੱਚ, ਬੰਦਾ ਚੈਨ ਨਾਲ ਸੌਂ ਲੈਂਦਾ। ਜਦੋਂ ਤੁਸੀਂ ਆਪਣੇ ਕਹਿ ਲਓ ਵੀ ਚਾਦਰ ਤੋਂ ਵੱਧ ਪੈਰ ਪਸਾਰ ਲੈਂਦੇ ਹੋ, ਹਮੇਸ਼ਾ ਪ੍ਰੋਬਲਮ ਉਦੋਂ ਹੀ ਆਉਂਦੀ ਹੈ। ਉਹ ਕਿਸੇ ਵੀ ਚੀਜ਼ 'ਚ ਹੈ, ਕੋਈ ਬਿਜ਼ਨਸ ਹੈ ਤੁਸੀਂ ਕਰ ਰਹੇ ਹੋ, ਤੁਸੀਂ ਆਪਣੇ ਬਜਟ ਤੋਂ ਬਾਹਰ ਹੋ ਕੇ ਕੋਈ ਬਿਜ਼ਨਸ ਸ਼ੁਰੂ ਕਰ ਲਿਆ, ਅਫੋਰਡੇਬਿਲਟੀ ਨਹੀਂ ਬਣੀ, ਸੇਮ ਚੀਜ਼ ਤੁਹਾਡੀ ਇਹਦੇ 'ਤੇ ਆ, ਘਰ ਦੇ ਉੱਤੇ ਆ ਜਾਂਦੀ, ਕੋਈ ਵੀ ਪ੍ਰੋਪਰਟੀ ਤੁਸੀਂ ਲੈਂਦੇ ਹੋ। ਹਾਂਜੀ, ਹੁਣ ਇਹਦੇ ਨਾਲ ਨਾ ਮੇਰਾ ਇੱਕ ਹੋਰ ਵੀ ਰਹਿੰਦਾ, ਮੈਨੂੰ ਹੁੰਦਾ ਕਿ ਤੁਸੀਂ ਚੀਜ਼ ਲੈ ਲਈ, ਉਸ ਤੋਂ ਬਾਅਦ ਨਾ ਸਿਰਫ ਆਪਣੇ ਇਨਕਮ 'ਤੇ ਫੋਕਸ ਕਰੋ, ਫਿਰ ਚਾਦਰ ਚਾਹੇ ਤੁਸੀਂ ਪੈਰ ਜਿੰਨੇ ਮਰਜ਼ੀ ਪਸਾਰ ਲਓ, ਹੈ ਨਾ। ਕੋਈ ਜਦੋਂ ਤੁਹਾਡੇ ਕੋਲ ਇੱਕ ਸਟਰੋਂਗ ਇਨਕਮ ਆ ਜਾਂਦੀ ਆ, ਤੁਸੀਂ ਕੋਈ ਵੀ ਚੀਜ਼ ਬਾਏ ਕਰ ਲੈਂਦੇ ਆ। ਕਈ ਵਾਰ ਆਪਣੇ ਨਾ ਖਾਸ ਕਰਕੇ ਮੈਂ ਅਸਲ 'ਚ ਦੇਖਿਆ ਵਾ ਕਿ ਜਦੋਂ ਨਾ ਆਪਾਂ ਕੋਈ ਚੀਜ਼ ਬਾਏ ਕਰਨੀ, ਆਪਾਂ ਬਹੁਤ ਇਮੋਸ਼ਨਲੀ ਇਨਵੋਲਵ ਹੋਏ ਨੇ ਉਹ ਚੀਜ਼ਾਂ ਦੇ ਵਿੱਚ। ਆਪਾਂ ਪ੍ਰੈਕਟੀਕਲੀ ਦੇਖਦੇ ਨਹੀਂ ਕਿ ਜਿਹੜੀ ਇਹ ਚੀਜ਼ ਹੈਗੀਆਂ ਨੇ, ਕੱਲ੍ਹ ਨੂੰ ਮੇਰੀ ਜੇਬ 'ਚੋਂ ਪੈਸੇ ਕੱਢਣੇ ਵੀ ਹੈ ਨਾ, ਤਾਂ ਮੇਰਾ ਕਿੰਨਾ ਖਰਚਾ ਬਣਦਾ ਵਾ, ਮੇਰਾ ਕਿੰਨਾ ਐਕਸਪੈਂਸ ਬਣਦਾ ਉਹ ਚੀਜ਼ ਨੂੰ ਲੈ ਕੇ, ਹੈ ਨਾ। ਪਰ ਉਹਦੇ ਨਾਲ ਨਾਲ ਜਦੋਂ ਤੁਸੀਂ ਆਪਦੀ ਇਨਕਮ 'ਤੇ ਮੰਨ ਲਓ ਹੁਣ ਤੁਹਾਡਾ ਤੁਸੀਂ ਪਹਿਲਾਂ ਕੋਂਡੋ ਲਿਆ, ਫਿਰ ਉਸਦੇ ਨਾਲ ਨਾਲ ਤੁਸੀਂ ਇਨਕਮ 'ਤੇ ਕਰ ਲਾਗੇ, ਪਰ ਤੁਹਾਡੀ ਆਪਣੀ ਸੇਵਿੰਗ ਵੀ ਨਾਲ ਹੋ ਰਹੀ ਸੀ ਜੇ ਤੁਸੀਂ ਬਜਟ ਦੇ ਵਿੱਚ ਸੀ, ਰਾਈਟ। ਜੇ ਉਹੀ ਤੁਸੀਂ ਉਦੋਂ ਲੈ ਲਿਆ ਹੁੰਦਾ, ਫਿਰ ਤੁਹਾਡੀ ਸੇਵਿੰਗ 'ਤੇ ਡਾਕਾ ਪੈ ਜਾਣਾ ਸੀਗਾ, ਫਿਰ ਬੰਦਾ ਸਟ੍ਰੈਸ ਹੈਂਡ ਟੂ ਮਾਊਥ ਰਹਿ ਜਾਂਦਾ। ਹੈਂਡ ਟੂ ਮਾਊਥ, ਹੁਣ ਮੰਨ ਲਓ ਤੁਹਾਡੇ ਕੋਲ ਸੇਵਿੰਗ ਆ ਕਿ ਕੱਲ੍ਹ ਨੂੰ ਤੁਹਾਡੇ ਕੋਲ ਚੋਇਸ ਬਣ ਜਾਂਦੀ ਹੈ ਕਿ ਮੇਰੇ ਕੋਲ 6 ਮਹੀਨੇ ਦੇ ਪੈਸੇ ਸੇਵ ਹੋਏਗੇ, ਮੇਰੇ ਕੋਲ ਆਪਦੀ ਪ੍ਰੋਪਰਟੀ, ਜੇ ਮੈਂ ਕੁਛ ਹੋਰ ਐਡਵੈਂਚਰ ਕਰਨਾ ਜਾਂ ਮੈਂ ਕੁਛ ਹੋਰ ਚੀਜ਼ ਟਰਾਈ ਕਰਨੀ ਹੈ, ਮੈਂ ਕੋਈ ਹੋਰ ਕਰੀਅਰ ਸ਼ੁਰੂ ਕਰਨਾ, ਕਿ ਤੁਹਾਡੇ ਕੋਲ ਸਕੂਨ ਹੈ ਚੀਜ਼ ਦਾ। ਪਰ ਜੇ ਤੁਸੀਂ ਪਹਿਲਾਂ ਹੀ ਆਪਣਾ ਪ੍ਰੀ ਹੋਲਡ ਲੈ ਲਓ, ਫਿਰ ਤੁਸੀਂ ਕਿਸ਼ਤਾਂ ਦੀ ਗੇਮ ਦੇ ਵਿੱਚ ਆ ਜਾਂਦੇ ਹੋ, ਤੁਹਾਡੀ ਸੇਵਿੰਗ ਨਹੀਂ ਹੁੰਦੀ, ਫਿਰ ਤੁਸੀਂ ਛੱਡ ਨਹੀਂ ਸਕਦੇ ਕੁਝ, ਤੁਸੀਂ ਕਿਸ਼ਤ ਪੇ ਕਰਨੀ ਹੈ, ਉਹਦੀ ਮੰਥਲੀ ਪੇਮੈਂਟ ਕਰਨੀ ਹੈ, ਰਾਈਟ। ਫਿਰ ਜਿਹੜੀਆਂ ਤੁਹਾਡੀਆਂ ਚੋਇਸਿਸ ਆ ਉਹ ਬਹੁਤ ਘੱਟ ਜਾਂਦੀਆਂ ਨੇ। ਚੋਇਸਿਸ 'ਤੇ ਬਹੁਤ ਡਿਪੈਂਡ ਕਰਦਾ, ਤੁਹਾਡੇ ਡਿਸੀਜਨਸ 'ਤੇ ਇੰਪੈਕਟ ਕਰਦਾ। ਤੁਹਾਨੂੰ ਕੋਈ ਵਧੀਆ ਓਪਰਚੁਨਿਟੀ ਮਿਲ ਰਹੀ ਹੈ ਬਿਜ਼ਨਸ ਦੇ ਵਿੱਚ, ਬਟ ਉਹਦੇ ਕਰਕੇ ਤੁਹਾਨੂੰ ਆਪਣੀ ਜੌਬ ਛੱਡਣੀ ਪੈਣੀ ਹੈ, ਉਹ ਤੁਸੀਂ ਕਰ ਨਹੀਂ ਸਕਦੇ ਕਿਉਂਕਿ ਤੁਹਾਡੇ ਖਰਚੇ ਪੂਰੇ ਹੈਗੇ ਨੇ, ਜਿੰਨਾ ਤੁਹਾਡਾ ਆ ਰਿਹਾ ਉਨਾ ਹੀ ਤੁਹਾਡੇ ਜਾ ਰਹੇ। ਸੋ ਬੰਦਾ ਡਿਸੀਜਨ ਲੈਣ ਜੋਗਾ ਨਹੀਂ ਰਹਿੰਦਾ। ਸੋ ਜੇ ਤੁਹਾਡੇ ਕੋਲ ਐਟਲੀਸਟ 6 ਮਹੀਨੇ ਦਾ ਬਫਰ ਪੀਰੀਅਡ ਹੈਗਾ ਹੈ ਆਪਣੀ ਸੇਵਿੰਗਸ ਦੇ ਵਿੱਚ, ਇੱਕ ਕੋਂਡੋ ਪ੍ਰੋਪਰਟੀ ਲੈਣ ਤੋਂ ਬਾਅਦ ਵੀ, ਅਤੇ ਪਲੱਸ ਤੁਸੀਂ ਕੁਛ ਸੇਵਿੰਗ ਵੀ ਕਰ ਰਹੇ ਹੋ ਆਪਣੀਆਂ, ਐਟਲੀਸਟ ਤੁਹਾਡੀ 10% ਤੋਂ 15% ਤੁਹਾਡੀ ਜਿਹੜੀ ਟੋਟਲ ਇਨਕਮ ਉਹ ਤਾਂ ਬਚ ਰਹੀ ਹੈ, ਤੁਹਾਡੀ ਸੇਵ ਹੋ ਰਹੀ ਹੈ, ਤਾਂ ਤੁਸੀਂ ਉਹਨੂੰ ਪੂਲ ਅਪ ਕਰਕੇ ਕੱਲ੍ਹ ਨੂੰ ਕੋਈ ਡਿਸੀਜਨ ਲੈ ਸਕਦੇ ਹੋ। ਕੋਈ ਬਿਜ਼ਨਸ ਕੋਈ ਗਰੋ ਕਰਨਾ, ਕੁਛ ਵੀ ਕਰਨਾ, ਕੋਈ ਆਪਣੀ ਐਜੂਕੇਸ਼ਨ ਦੇ ਵਿੱਚ ਇਨਵੈਸਟ ਕਰਨਾ, ਆਪਣੇ ਆਪ ਦੇ ਵਿੱਚ ਇਨਵੈਸਟ ਕਰਨਾ, ਉਹ ਚੀਜ਼ਾਂ ਕਰ ਸਕਦਾ। ਅਦਰਵਾਈਜ਼ ਤੁਹਾਨੂੰ ਹਮੇਸ਼ਾ ਤੁਹਾਨੂੰ ਅਨਕੰਫਰਟੇਬਲ ਲੈਵਲ ਜਿਹੜਾ ਤੁਹਾਡਾ ਹੈਗਾ ਨਾ, ਕੰਫਰਟ ਲੈਵਲ, ਉਹ ਤੁਹਾਡਾ ਕਦੀ ਬਣ ਨਹੀਂ ਪਾਉਂਦਾ, ਤੁਸੀਂ ਉਹਦੇ ਵਿੱਚ ਬੈਕ ਐਂਡ ਫੋਰਥ ਘੁੰਮਦੇ ਰਹਿੰਦੇ ਹੋ। ਜੀ, ਮੈਂ ਗੈਰੀ ਭਾਈ, ਮੈਂ ਤੁਹਾਨੂੰ ਪਹਿਲਾਂ ਨਹੀਂ ਦੱਸਿਆ, ਪਰ ਮੈਂ ਤੁਹਾਨੂੰ ਇੱਕ ਵਾਰੀ ਜਦੋਂ ਮੈਂ ਤੁਹਾਨੂੰ ਪਹਿਲੀ ਵਾਰੀ ਆਪਣੀ ਗੱਲ ਹੋਈ ਹੈ, ਦਿਸ ਇਜ਼ ਦ ਥਿੰਗ ਆਈ ਲਾਈਕ ਅਬਾਊਟ ਯੂ, ਕਿ ਜਿਹੜੀ ਤੁਹਾਡੀ ਓਰੀਜਨੈਲਿਟੀ ਹੈ ਨਾ, ਯੂ ਨੈਵਰ ਸੈਲ। ਈਵਨ ਤੁਹਾਡੀ ਪਰਸਨੈਲਿਟੀ ਵੀ ਹੈਗੀ ਆ, ਮੈਂ ਤੁਹਾਡੇ ਨਾਲ ਬਹੁਤ ਵਾਰੀ ਵਿਚ ਰਿਹਾ ਵੀ, ਆਪਣੀ ਗੱਲਬਾਤ ਵੀ ਹੋਈ ਆ, ਅਤੇ ਤੁਸੀਂ ਬੜੇ ਰॉ ਜਿਹੇ ਹੈਗੇ ਆ ਚੀਜ਼ਾਂ ਨੂੰ, ਹੈ ਨਾ। ਅਤੇ ਮੈਂ ਕਾਫੀ ਵਾਰੀ ਤੁਹਾਨੂੰ ਆਪਣੇ ਨੂੰ, ਮੈਨੂੰ ਬੜਾ ਹੁੰਦਾ ਕਿ ਤੁਸੀਂ ਬੰਦੇ ਦੀ ਐਨਰਜੀ ਅਟਰੈਕਟ ਕਰਦੇ ਹੋ, ਤਾਂ ਮੈਨੂੰ ਬੜੀ ਵਧੀਆ ਚੀਜ਼ ਲੱਗਦੀ ਹੈ ਕਿ ਜਿਹੜੀ ਤੁਸੀਂ ਸਾਫ਼ ਸੁਥਰੀ ਗੱਲ ਹੈਗੀ ਤੁਸੀਂ ਬੰਦੇ ਨੂੰ ਦੱਸ ਦਿੰਦੇ ਹੋ ਐਗਜ਼ੈਕਟਲੀ, ਹੈ ਨਾ। ਅਤੇ ਭਾਜੀ ਹੁਣੀ ਅੱਜ ਟਾਈਮ ਕੱਢ ਕੇ ਆਏ ਵੀ ਸੀਗੇ, ਅਤੇ ਥੈਂਕ ਯੂ ਸੋ ਮਚ ਭਾਈ ਤੁਹਾਡਾ ਆਉਣ ਦੇ ਲਈ ਵੀ, ਹੈ ਨਾ। ਇਹ ਚੀਜ਼ਾਂ ਕੰਟੀਨਿਊ ਕਰਾਂਗੇ, ਹੈ ਨਾ। ਅਤੇ ਮੈਨੂੰ ਐਂ ਹੁੰਦਾ ਕਿ ਜੋ ਤੁਸੀਂ ਜਾਣਦੇ ਹੋ ਸ਼ੇਅਰ ਕਰੋਗੇ ਤਾਂ ਕਿਸੇ ਨਾ ਕਿਸੇ ਦੀ ਸੁਣ ਕੇ ਹੈਲਪ ਹੋ ਜਾਂਦੀ ਹੈ। ਬਿਲਕੁਲ ਜੀ, ਬਿਲਕੁਲ। ਚਾਹੇ ਤੁਸੀਂ ਕਿਸੇ ਹੋਰ ਬੰਦੇ ਨਾਲ ਕੰਮ ਕਰਦੇ ਹੋ, ਹੋਪਫੁਲੀ ਜੇ ਤੁਹਾਨੂੰ ਇਹ ਚੀਜ਼ ਵਧੀਆ ਲੱਗੀ ਹੋਈ ਤਾਂ ਤੁਹਾਨੂੰ ਕੋਈ ਵੈਲਿਊ ਮਿਲੀ ਹੋਏਗੀ ਇਸ ਕਨਵਰਸੇਸ਼ਨ ਦੇ ਥਰੂ, ਹੈ ਨਾ। ਅਤੇ ਜ਼ਰੂਰ ਸ਼ੇਅਰ ਕਰਿਓ ਆਪਣੀ, ਜੇ ਕੋਈ ਬੰਦਾ ਸੋਚ ਰਿਹਾ ਅਕਾਊਂਟ ਨੂੰ ਬਾਏ ਕਰਨ ਦਾ, ਹੈ ਨਾ, ਅਤੇ ਉਹਨਾਂ ਨਾਲ ਜ਼ਰੂਰ ਇਹ ਆਪਣੀ ਵੀਡੀਓ ਵਗੈਰਾ ਸ਼ੇਅਰ ਕਰਿਓ। ਅਤੇ ਜੇ ਤੁਸੀਂ ਸੋਚ ਰਹੇ ਹੋ ਕੁਛ ਬਾਏ ਕਰਨ ਦੇ ਲਈ, ਤਾਂ ਭਾਜੀ ਹੁਣਾਂ ਨਾਲ ਵੀ ਜ਼ਰੂਰ ਗੱਲਬਾਤ ਤੁਸੀਂ ਕਰ ਸਕਦੇ ਹੋ। ਔਰ ਜਿਨ੍ਹਾਂ ਵੀ ਤੁਸੀਂ ਕੰਮ ਕਰ ਰਹੇ ਹੋ, ਐਟਲੀਸਟ ਜਿਹੜੀ ਆਪਣੀ ਕਨਵਰਸੇਸ਼ਨ ਆ, ਤੁਸੀਂ ਆਪਣੇ ਰੀਅਲ ਏਸਟੇਟ ਏਜੰਟ ਨਾਲ ਕਰਦੇ ਹੋ ਤਾਂ ਐਟਲੀਸਟ ਤੁਹਾਨੂੰ 4 ਪੁਆਇੰਟ ਪਤਾ ਲੱਗਦੇ ਆ ਅਤੇ ਬੰਦਾ ਗੱਲ ਕਰ ਸਕਦਾ। ਅਤੇ ਕਈ ਵਾਰੀ ਕੀ ਹੁੰਦਾ ਕਿ ਵੀ ਸਾਹਮਣੇ ਵਾਲਾ ਏਜੰਟ ਵੀ ਓਵਰਲੁੱਕ ਕਰ ਜਾਂਦਾ, ਇਹ ਨਹੀਂ ਕਿ ਉਹਦੇ ਕੋਲ ਨੌਲੇਜ ਨਹੀਂ ਹੈਗੀ, ਕਈ ਵਾਰੀ ਓਵਰਲੁੱਕ ਹੋ ਜਾਂਦਾ ਬਿਜ਼ਨਸ ਦੇ ਵਿੱਚ। ਜਦੋਂ ਤੁਸੀਂ 10 ਟ੍ਰਾਂਜੈਕਸ਼ਨ ਡੀਲ ਕਰ ਰਹੇ ਹੋ, ਕਿਸੇ ਇੱਕ ਦੇ ਵਿੱਚ ਤੁਹਾਡਾ 100% ਫੋਕਸ ਨਹੀਂ ਰਹਿ ਪਾਉਂਦਾ, ਤਾਂ ਐਜ਼ ਅ ਕਲਾਇੰਟ ਤੁਹਾਨੂੰ ਜਦੋਂ ਪਤਾ ਹੋਏਗਾ ਤੁਸੀਂ ਕੁਐਸਚਨ ਕਰ ਸਕਦੇ ਹੋ ਵੀ ਬਾਈ ਜੀ ਮੈਨੂੰ ਇਹਦੇ ਬਾਰੇ ਦੱਸੋ ਜੀ, ਬਈ ਮੈਂ ਸੁਣਿਆ ਹੋਇਆ ਇਹਦੇ ਬਾਰੇ ਵੀ, ਇਹਦੀ ਕੀ ਇਨਫੋਰਮੇਸ਼ਨ ਸਾਨੂੰ ਪਤਾ ਹੋਣੀ ਚਾਹੀਦੀ ਹੈ ਜੀ। ਉੱਥੇ ਤੁਹਾਡਾ ਜਿਹੜਾ ਏਜੰਟ ਹੈਗਾ ਉਹ 200% ਅਟੈਂਸ਼ਨ ਤੁਹਾਡੇ ਵੱਲ ਦਿੰਦਾ, ਜਦੋਂ ਉਹਨੂੰ ਪਤਾ ਹੁੰਦਾ ਕਿ ਕਲਾਇੰਟ ਵੀ ਕੁਐਸਚਨ ਕਰ ਰਿਹਾ। ਜਦੋਂ ਕਲਾਇੰਟ ਨਹੀਂ ਕੁਐਸਚਨ ਕਰਦਾ, ਇੱਕ ਸੁਭਾਅ ਹੋ ਜਾਂਦਾ ਵੀ ਚਲੋ ਯਾਰ ਜਿਵੇਂ ਚੱਲਦਾ ਉਵੇਂ ਚੱਲੀ ਜਾਣ ਦਿਓ ਜੀ। ਅਤੇ ਮੈਨੂੰ ਤਾਂ ਅਸਲ 'ਚ ਇਹੀ ਗੱਲਾਂ ਥੋੜ੍ਹੀਆਂ ਪਸੰਦ ਲੱਗਦੀਆਂ ਨੇ ਕਿ ਤੁਸੀਂ ਹਮੇਸ਼ਾ ਜਿਹੜੀ ਬੇਸਿਕ ਇਨਫੋਰਮੇਸ਼ਨ ਆ ਉਹਨੂੰ ਬੜਾ ਕੱਢ ਕੇ ਸਾਫ਼ ਸੁਥਰੇ ਤਰੀਕੇ ਨਾਲ ਪ੍ਰਜੈਂਟ ਕਰਦੇ ਹਾਂ। ਥੈਂਕ ਯੂ ਸੋ ਮਚ। ਅਤੇ ਐਂਡ ਮੈਨੂੰ ਹਮੇਸ਼ਾ ਹੁੰਦਾ ਕਿ ਮੈਂ ਹਮੇਸ਼ਾ ਇੱਦਾਂ ਦੇ ਲੋਕਾਂ ਨਾਲ ਅਲਾਈਨ ਕਰਾਂ ਆਪਣੇ ਆਪ ਨੂੰ, ਹੈ ਨਾ। ਕੋਈ ਜਿੰਨੀ ਤੁਹਾਡੀ ਐਨਰਜੀ ਇੱਕੋ ਪਲੇਟਫਾਰਮ 'ਤੇ ਆ ਕੇ ਕਲੈਕਟ ਹੁੰਦੀ ਹੈ ਤਾਂ ਤੁਸੀਂ ਉਹਨੂੰ ਵਧਾ ਵੀ ਸਕਦੇ ਆ ਨਾ ਚੀਜ਼ਾਂ ਨੂੰ। ਹਾਂਜੀ, ਸਿੱਖਣ ਨੂੰ ਬਹੁਤ ਕੁਛ ਮਿਲਦਾ ਹਰ ਇੱਕ ਬੰਦੇ ਤੋਂ। ਤੁਹਾਡੇ ਨਾਲ ਹੁਣ ਬੈਠ ਕੇ ਕਿੰਨੀ ਕੁਛ ਪਤਾ ਲੱਗਿਆ, ਕਈ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਮੈਨੂੰ ਪਹਿਲਾਂ ਨਹੀਂ ਸੀ ਪਤਾ ਲੱਗੀਆਂ, ਅਤੇ ਕੁਛ ਪੁਆਇੰਟਸ ਤੁਹਾਡੇ ਤੋਂ ਅੱਜ ਮੈਂ ਪਿਕ ਕੀਤੇ ਆ, ਕੁਛ ਪੁਆਇੰਟਸ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਪਿਕ ਕਰਦੇ ਹਾਂ, ਕਿਸੇ ਕਲਾਇੰਟ ਨੂੰ ਮਿਲਦੇ ਆ ਉਹਦੇ ਤੋਂ ਪਿਕ ਕਰ ਲਈਦੀ ਹੈ ਗੱਲ। ਸੋ ਜਿੱਥੋਂ ਸਿੱਖਣ ਨੂੰ ਕੁਛ ਮਿਲਦਾ ਉੱਥੋਂ ਲੈ ਲਓ, ਆਪਣਾ ਜਾਂਦਾ ਕੁਛ ਨਹੀਂ ਹੈਗਾ। ਹਾਂਜੀ, ਉਹੀ ਕਹਿੰਦੇ ਨੇ ਕਿ ਆਪਣੇ ਕੰਨ ਅਤੇ ਅੱਖਾਂ ਖੋਲ੍ਹ ਕੇ ਰੱਖੋ, ਜਿੱਥੋਂ ਚੀਜ਼ ਅਟਰੈਕਟ ਕਰ ਸਕਦੇ ਹੋ ਤੁਸੀਂ ਉਹਨੂੰ ਚੀਜ਼ ਨੂੰ
ਆਪਣੇ ਕੁਝ ਆਪਣੀ ਪਾਕਟ ਦੇ ਵਿੱਚ ਜ਼ਰੂਰ ਰੱਖੋ, ਪਤਾ ਨਹੀਂ ਡਾਊਨ ਦਾ ਰੋਡ ਤੁਹਾਨੂੰ ਕਿਤੇ ਨਾ ਕਿਤੇ ਉਹ ਜਿਹੜੀ ਕੰਮ ਆ ਜਾਂਦੀ ਹੈ ਨਾ। ਤੇ ਥੈਂਕ ਯੂ ਸੋ ਮਚ ਗੈਰੀ ਭਾਈ, ਤੁਸੀਂ ਟਾਈਮ ਕੱਢ ਕੇ ਆਏ ਹੋ ਤੇ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਬਹਿ ਕੇ ਗੱਲਬਾਤ ਕੀਤੀ ਹੈ ਨਾ। ਤੇ ਹੋਪਫੁਲੀ ਆਪਾਂ ਕੁਝ ਇਦਾਂ ਦਾ ਨੈਕਸਟ ਟੌਪਿਕ ਰੱਖਾਂਗੇ ਜਿਹਦੇ ਤੇ ਆਪਾਂ ਪ੍ਰੋਪਰ ਤੁਹਾਨੂੰ ਜਿਹੜੀ ਹੈ ਕਿ ਹੋਲ ਪਿਕਚਰ ਦਿਖਾ ਸਕਦੇ ਹੋਵਾਂਗੇ। ਤੇ ਅੱਜ ਕੋਂਡੋ ਦੇ ਬਾਰੇ ਗੱਲਬਾਤ ਕਰਕੇ ਬੜੀ ਵਧੀਆ ਲੱਗੀ ਤੇ ਆਪਾਂ ਨੈਕਸਟ ਟਾਈਮ ਫॉर ਸ਼ੋਰ ਹੈ ਨਾ ਬਹਿਨੇ ਆ। ਤੇ ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਸੋ ਮਚ ਐਵਰੀਬਾਡੀ। ਥੈਂਕ ਯੂ ਜੀ। ਆਲਰਾਈਟ, ਥੈਂਕਸ, ਬਾਏ।